ਹੈਲੋ ਸਟੂਡੈਂਟਸ। तो ਅੱਜ ਆਪਾਂ ਜਿਹੜਾ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਉਹਦਾ ਨਾਮ ਹੈ ਸਾਊਂਡ। 9th ਕਲਾਸ ਦਾ ਮੋਸਟ ਇੰਪੋਰਟੈਂਟ ਚੈਪਟਰ ਹੈ। ਸਟਾਰਟ ਕਰਦੇ ਹਾਂ ਸਾਊਂਡ ਦੀ ਡੈਫੀਨੇਸ਼ਨ ਤੋਂ। ਸਾਊਂਡ ਕੀ ਹੈ? ਸਾਊਂਡ એનર્ਜੀ ਦੀ ਫੋਰਮ ਹੈ। ਜਿਵੇਂ એનર્ਜੀ ਦੀ ਕਾਫੀ ਸਾਰੀ ਫੋਰਮਸ ਹੁੰਦੀਆਂ ਨੇ, ਲਾਈਟ એનર્ਜੀ, ਹੀਟ એનર્ਜੀ, ਉਵੇਂ ਸਾਊਂਡ ਵੀ એનર્ਜੀ ਦੀ ਫੋਰਮ ਹੈ ਜੋ ਸਾਨੂੰ ਸੁਣਨ ਦੇ ਸਮਰਥ ਬਣਾਉਂਦਾ ਹੈ। ਠੀਕ ਹੈ ਜੀ। ਨੈਕਸਟ ਟੌਪਿਕ ਆ ਜਾਂਦਾ ਆਪਣਾ ਹਾਊ ਸਾਊਂਡ ਪ੍ਰੋਪੇਗੇਟ। ਸਾਊਂਡ ਪ੍ਰੋਪੇਗੇਟ ਅੱਗੇ ਕਿਵੇਂ ਵੱਧਦਾ ਹੈ? ਪ੍ਰੋਪੇਗੇਟ ਦਾ ਮਤਲਬ ਕੀ ਹੈ ਕਿ ਸਾਊਂਡ ਅੱਗੇ ਕਿਵੇਂ ਵੱਧਦਾ ਹੈ। ਤਾਂ ਸਾਊਂਡ ਅੱਗੇ ਵੱਧਦਾ ਹੈ ਕੰਪਰੈਸ਼ਨ ਅਤੇ ਰੇਅਰਫੈਕਸ਼ਨ ਦੀ ਫੋਰਮ ਦੇ ਵਿੱਚ। ਠੀਕ ਹੈ ਜੀ। ਜਿਵੇਂ ਆਪਣੇ ਡਾਇਗਰਾਮ ਦੇ ਵਿੱਚ ਦੇਖ ਰਹੇ ਹਾਂ, ਇੱਕ ਸਪਰਿੰਗ ਜਿਹਾ ਬਣਿਆ ਹੋਇਆ। ਸਪਰਿੰਗ ਦੇ ਜਿਹੜੀ ਰਿੰਗਸ ਨੇ ਇਹਨਾਂ ਨੂੰ ਆਪਾਂ ਇਹ ਮੰਨ ਕੇ ਚੱਲ ਲੈਂਦੇ ਹਾਂ ਕਿ ਕੀ ਨੇ, ਪਾਰਟੀਕਲਸ ਨੇ। ਠੀਕ ਹੈ। ਤਾਂ ਜਿਹੜੇ ਪਾਰਟੀਕਲ ਕਿਤੇ ਕਿਤੇ ਬਹੁਤ ਜ਼ਿਆਦਾ ਕਲੋਜ਼ ਹੋ ਜਾਂਦੇ ਨੇ। ਹੁਣ ਆਹ ਰੀਜਨ ਜੇ ਆਪਾਂ ਦੇਖੀਏ, ਇਸ 'ਤੇ ਪਾਰਟੀਕਲ ਕੀ ਨੇ, ਬਹੁਤ ਜ਼ਿਆਦਾ ਕਲੋਜ਼ ਹੋ ਰਹੇ ਨੇ। ਆਹ ਵਾਲੇ ਰੀਜਨ 'ਤੇ ਪਾਰਟੀਕਲ ਕੀ ਹੋ ਰਹੇ ਨੇ, ਬਹੁਤ ਜ਼ਿਆਦਾ ਕਲੋਜ਼ ਹੋ ਰਹੇ ਨੇ। ਇਸ ਰੀਜ਼ਨ ਦੇ ਵਿੱਚ ਪਾਰਟੀਕਲ ਕੀ ਨੇ, ਬਹੁਤ ਜ਼ਿਆਦਾ ਦੂਰ ਹੋ ਗਏ। ਤਾਂ ਪਾਰਟੀਕਲ ਕੀ ਕਰਦੇ ਨੇ, ਨੇੜੇ ਆਉਂਦੇ ਨੇ, ਦੂਰ ਹੋ ਜਾਂਦੇ ਨੇ। ਇਸ ਤਰੀਕੇ ਇਹ ਕੀ ਕਰਦੇ ਨੇ, ਸਾਊਂਡ ਵੇਵ ਨੂੰ ਪ੍ਰੋਪੇਗੇਟ ਕਰਵਾਉਂਦੇ ਨੇ। ਠੀਕ ਹੈ। ਹੋਰ ਬੈਟਰ ਸਮਝਣ ਦੇ ਲਈ ਆਪਣੇ ਕੋਲ ਨੈਕਸਟ ਡਾਇਗਰਾਮ ਹੈ। ਇਹਦੇ ਵਿੱਚ ਕੀ ਹੈ, ਇੱਕ ਫੋਰਕ ਹੈ, ਉਹਨੂੰ ਵਾਈਬਰੇਟ ਕਰਵਾਇਆ ਜਾ ਰਿਹਾ ਹੈ। ਅਤੇ ਇਹ ਏਅਰ ਦੇ ਵਿੱਚ ਕੀ ਕਰਦਾ ਹੈ, ਕੰਪਰੈਸ਼ਨ ਬਣਾਉਂਦਾ ਹੈ ਅਤੇ ਰੇਅਰਫੈਕਸ਼ਨ ਬਣਾਉਂਦਾ ਹੈ। ਦੇਖੋ ਇੱਥੇ ਕੰਪਰੈਸ਼ਨ ਬਣ ਰਹੀਆਂ ਨੇ ਇਸ ਪੋਰਸ਼ਨ ਦੇ ਵਿੱਚ, ਇੱਥੇ ਕੀ ਬਣ ਰਹੀਆਂ ਨੇ, ਰੇਅਰਫੈਕਸ਼ਨ। ਮਤਲਬ ਜਿਹੜੇ ਪਾਰਟੀਕਲਸ ਨੇ ਬਹੁਤ ਜ਼ਿਆਦਾ ਨਜ਼ਦੀਕ ਆ ਜਾਂਦੇ ਨੇ। ਇੱਥੇ ਪ੍ਰੈਸ਼ਰ ਬਹੁਤ ਜ਼ਿਆਦਾ ਇੰਕਰੀਜ਼ ਹੋ ਰਿਹਾ ਹੈ। ਪਾਰਟੀਕਲ ਨੇੜੇ ਆ ਜਾਂਦੇ ਨੇ, ਇੱਕ ਦੂਜੇ ਦੇ ਬਹੁਤ ਜ਼ਿਆਦਾ ਪ੍ਰੈਸ਼ਰ ਐਗਜ਼ਰਟ ਕਰਦੇ ਨੇ। ਪਾਰਟੀਕਲ ਦੀ ਡੈਂਸਿਟੀ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਠੀਕ ਹੈ। ਦੂਸਰੇ ਰੀਜਨ ਦੇ ਵਿੱਚ ਕੀ ਹੁੰਦਾ ਹੈ, ਪਾਰਟੀਕਲ ਦੂਰ ਦੂਰ ਚੱਲ ਜਾਂਦੇ ਨੇ। ਉੱਥੇ ਕੀ ਹੋ ਜਾਂਦਾ, ਡੈਂਸਿਟੀ ਘੱਟ ਜਾਂਦੀ ਹੈ, ਪ੍ਰੈਸ਼ਰ ਘੱਟ ਜਾਂਦਾ ਹੈ। ਤਾਂ ਪਾਰਟੀਕਲ ਇਸ ਤਰੀਕੇ ਨੈਕਸਟ ਅੱਗੇ ਪ੍ਰੋਪੇਗੇਟ ਕਰਦੇ ਨੇ। ਹੁਣ ਕੰਪਰੈਸ਼ਨ ਅਤੇ ਰੇਅਰਫੈਕਸ਼ਨ ਮਿਲ ਕੇ ਕੀ ਬਣਾਉਂਦੇ ਨੇ, ਇੱਕ ਤਰੀਕੇ ਆਪਾਂ ਕਹਿ ਸਕਦੇ ਹਾਂ ਕਿ ਵੇਵਜ਼ ਬਣਾਉਂਦੇ ਨੇ। ਵੇਵਜ਼, ਸਾਊਂਡ ਟਰੈਵਲ ਇਨ ਦਾ ਫਾਰਮ ਆਫ ਵੇਵਜ਼। ਸਾਊਂਡ ਅੱਗੇ ਵੇਵਜ਼ ਦੀ ਫਾਰਮ ਦੇ ਵਿੱਚ ਟਰੈਵਲ ਕਰਦੇ ਨੇ। ਇੱਕ ਕੰਪਰੈਸ਼ਨ ਅਤੇ ਇੱਕ ਰੇਅਰਫੈਕਸ਼ਨ ਨੂੰ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੇਵ ਬਣਦੀ ਹੈ। ਠੀਕ ਹੈ। ਸਾਊਂਡ ਨੂੰ ਸਮਝਣ ਦੇ ਲਈ ਆਪਾਂ ਨੂੰ ਵੇਵ ਦਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਠੀਕ ਹੈ। ਤਾਂ ਨੈਕਸਟ ਟੌਪਿਕ ਹੀ ਆਪਣਾ ਕੀ ਹੈ, ਵੇਵ। ਵੇਵ ਕੀ ਹੈ? ਵੇਵ ਇੱਕ ਡਿਸਟਰਬੈਂਸ ਹੈ ਕਿਸੇ ਵੀ ਜਗ੍ਹਾ 'ਤੇ। ਜਿਵੇਂ ਆਪਾਂ ਪਾਣੀ ਦੇ ਵਿੱਚ ਕੋਈ ਪੱਥਰ ਸੁੱਟ ਦਿੰਦੇ ਹਾਂ ਤਾਂ ਪਾਣੀ ਕੀ ਹੋ ਜਾਂਦਾ, ਡਿਸਟਰਬ ਹੋ ਜਾਂਦਾ ਹੈ। ਤਾਂ ਉਹਦੇ ਨਾਲ ਕੀ ਹੁੰਦਾ ਹੈ, ਜਿਹੜੇ ਪਾਰਟੀਕਲ ਨੇ, ਪਾਣੀ ਨੂੰ ਬਣਾਉਣ ਵਾਲੇ ਜਿਹੜੇ ਪਾਰਟੀਕਲ ਨੇ, ਉਹ ਕੀ ਕਰਨਗੇ, ਵਾਈਬਰੇਟ ਕਰਨਗੇ। ਪਾਰਟੀਕਲ ਵਾਈਬਰੇਟ ਕਰਦੇ ਨੇ। ਵਾਈਬਰੇਟ ਕਰਕੇ ਵਾਈਬ੍ਰੇਸ਼ਨ ਹੁੰਦੀ ਹੈ ਜਦੋਂ, ਉਹ ਅੱਗੇ એનર્ਜੀ ਨੂੰ ਟਰੈਵਲ ਕਰਵਾਉਂਦੀ ਹੈ। એનર્ਜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰੈਵਲ ਹੋ ਜਾਂਦੀ ਹੈ, ਟਰਾਂਸਫਰ ਹੋ ਜਾਂਦੀ ਹੈ। ਇਹਨੂੰ ਇਸ ਤਰੀਕੇ ਹੀ ਸਮਝ ਸਕਦੇ ਹਾਂ, ਜਿਵੇਂ ਕਲਾਸ ਦੇ ਵਿੱਚ ਇੱਕ ਆਪਣੇ ਕਾਫੀ ਬੱਚੇ ਬੈਂਚ 'ਤੇ ਬੈਠੇ ਨੇ, ਤਾਂ ਆਪਣੀ ਇੱਕ ਬੁੱਕ ਹੈ, ਉਹ ਲਾਸਟ ਬੱਚੇ ਤੱਕ ਪਹੁੰਚਾਉਣੀ ਹੈ। ਤਾਂ ਇੱਕ ਬੱਚਾ ਉਹ ਬੁੱਕ ਨੂੰ ਸੈਕਿੰਡ ਬੱਚੇ ਨੂੰ ਦੇ ਦੇ, ਸੈਕਿੰਡ ਵਾਲਾ ਥਰਡ ਨੂੰ ਦੇ ਦੇ, ਥਰਡ ਵਾਲਾ ਫੋਰਥ ਬੱਚੇ ਨੂੰ ਬੁੱਕ ਪਕੜਾ ਦੇ। ਇਸ ਤਰੀਕੇ ਕਰਦੇ ਕਰਦੇ ਬੁੱਕ ਲਾਸਟ ਤੱਕ ਪਹੁੰਚ ਜੂਗੀ। ਮਤਲਬ ਬੱਚੇ ਦੀ ਮੂਵਮੈਂਟ ਨਹੀਂ ਹੋਈ ਹੈ, ਪਰ ਜੋ ਬੁੱਕ ਹੈ ਉਹ ਲਾਸਟ ਬੱਚੇ ਤੱਕ ਪਹੁੰਚ ਗਈ। ਇਹਦਾ ਮਤਲਬ ਕੀ ਕਿ ਜਦੋਂ ਵੀ ਕੋਈ ਵੇਵ ਬਣਦੀ ਹੈ ਤਾਂ ਪਾਰਟੀਕਲ ਜਸਟ ਵਾਈਬਰੇਟ ਕਰਦੇ ਨੇ, ਉਹ ਆਪਣੀ ਪੋਜੀਸ਼ਨ ਨੂੰ ਨਹੀਂ ਛੱਡਦੇ ਹੈਗੇ। ਅਤੇ એનર્ਜੀ ਦੀ ਟਰਾਂਸਫਰ ਹੁੰਦੀ ਹੈ ਜਦੋਂ ਵੀ ਕੋਈ ਵੇਵ ਬਣਦੀ ਹੈ। ਠੀਕ ਹੈ ਜੀ। ਨੈਕਸਟ ਟੌਪਿਕ ਆ ਜਾਂਦਾ ਆਪਣਾ ਟਾਈਪ ਆਫ ਵੇਵਸ। ਵੇਵ ਦੋ ਟਾਈਪਸ ਦੀਆਂ ਨੇ। ਕਿਹੜੀਆਂ ਕਿਹੜੀਆਂ? ਪਹਿਲੀ ਵੇਵ ਆ ਜਾਂਦੀ ਹੈ ਮਕੈਨੀਕਲ ਵੇਵ, ਅਤੇ ਦੂਸਰੀ ਵੇਵ ਆ ਜਾਂਦੀ ਹੈ ਨੋਨ ਮਕੈਨੀਕਲ ਵੇਵ, ਜਿਹਨੂੰ ਆਪਾਂ ਇਲੈਕਟ੍ਰੋਮੈਗਨੈਟਿਕ ਵੇਵ ਵੀ ਬੋਲ ਦਿੰਦੇ ਹਾਂ। ਮਕੈਨੀਕਲ ਵੇਵ ਕੀ ਹੈ? ਇਹ ਉਹ ਵੇਵ ਹੈ ਜਿਹਨੂੰ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ ਅੱਗੇ ਜਾਣ ਦੇ ਲਈ। ਫੋਰ ਐਗਜ਼ਾਮਪਲ ਸਾਊਂਡ ਵੇਵ। ਸਾਊਂਡ ਵੇਵ ਨੂੰ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ ਅੱਗੇ ਵਧਣ ਦੇ ਲਈ। ਜੇ ਮੀਡੀਅਮ ਨਹੀਂ ਹੈ ਤਾਂ ਸਾਊਂਡ ਵੇਵ ਬਣ ਹੀ ਨਹੀਂ ਸਕਦੀ। ਸਾਊਂਡ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰੈਵਲ ਹੀ ਨਹੀਂ ਕਰ ਸਕਦੀ। ਠੀਕ ਹੈ। ਤਾਂ ਸਾਊਂਡ ਵੇਵ ਇੱਕ ਬਹੁਤ ਵਧੀਆ ਐਗਜ਼ਾਮਪਲ ਹੈ ਕਾਹਦੀ, ਮਕੈਨੀਕਲ ਵੇਵ ਦੀ। ਇੱਕ ਟਰਮ ਬਹੁਤ ਸੁਣਨ ਦੇ ਵਿੱਚ ਆਉਂਦਾ ਹੈ, ਵੈਕਿਊਮ। ਵੈਕਿਊਮ ਕੀ ਹੈ? ਵੈਕਿਊਮ ਨੂੰ ਆਪਾਂ ਬੋਲ ਸਕਦੇ ਹਾਂ ਖਾਲੀ ਜਗ੍ਹਾ ਜਿੱਥੇ ਈਵਨ ਏਅਰ ਵੀ ਨਹੀਂ ਹੁੰਦੀ। ਇਹਦੀ ਐਗਜ਼ਾਮਪਲ ਕੀ ਹੈ, ਸਪੇਸ। ਸਪੇਸ ਦੇ ਵਿੱਚ ਕੀ ਹੈ, ਵੈਕਿਊਮ। ਸਪੇਸ ਦੇ ਵਿੱਚ ਏਅਰ ਵੀ ਨਹੀਂ ਹੈ। ਤਾਂ ਅਗਰ ਸਪੇਸ ਦੇ ਵਿੱਚ ਕੋਈ ਵੀ ਸਾਊਂਡ, ਮੰਨ ਲਓ ਸਪੇਸ ਦੇ ਵਿੱਚ ਕੋਈ ਸਾਊਂਡ ਅਰਥ ਦੀ ਤਰਫ ਆ ਰਹੀ ਹੈ, ਤਾਂ ਉਹ ਸਾਊਂਡ ਆਪਾਂ ਸੁਣ ਨਹੀਂ ਸਕਾਂਗੇ, ਕਿਉਂਕਿ ਸਪੇਸ ਦੇ ਵਿੱਚ ਏਅਰ ਨਹੀਂ ਹੈ, ਸਪੇਸ ਦੇ ਵਿੱਚ ਵੈਕਿਊਮ ਹੈ। ਤਾਂ ਮਕੈਨੀਕਲ ਵੇਵ ਵੈਕਿਊਮ ਦੇ ਵਿੱਚ ਪਾਸ ਨਹੀਂ ਕਰ ਸਕਦੀਆਂ। ਸੈਕਿੰਡ ਵੇਵ ਆ ਜਾਂਦੀ ਹੈ ਨੋਨ ਮਕੈਨੀਕਲ ਵੇਵ। ਨੋਨ ਮਕੈਨੀਕਲ ਵੇਵ ਕਿਹੜੀ ਹੈ? ਡਜ਼ ਨੋਟ ਰਿਕੁਆਇਰ ਮੀਡੀਅਮ ਟੂ ਮੂਵ ਔਰ ਟੂ ਪ੍ਰੋਪੇਗੇਟ। ਤਾਂ ਇਹਦੇ ਵਿੱਚ ਕੀ ਹੈ, ਮੀਡੀਅਮ ਦੀ ਕੋਈ ਜ਼ਰੂਰਤ ਨਹੀਂ ਹੈ। ਐਗਜ਼ਾਮਪਲ ਲਾਈਟ ਦੀ ਐਗਜ਼ਾਮਪਲ ਬੈਸਟ ਹੈ। ਲਾਈਟ ਇਜ਼ ਐਨ ਇਲੈਕਟ੍ਰੋਮੈਗਨੈਟਿਕ ਵੇਵ ਔਰ ਨੋਨ ਮਕੈਨੀਕਲ ਵੇਵ। ਨੈਕਸਟ ਆ ਜਾਂਦਾ ਹੈ ਟਾਈਪ ਆਫ ਵੇਵ ਮੋਸ਼ਨ।
ਹੁਣ ਵੇਵ ਮੂਵ ਕਿਵੇਂ ਕਰਦੀ ਹੈ, ਵੇਵ ਨੂੰ ਬਣਾਉਣ ਵਾਲੀ ਕਿਹੜੀ ਚੀਜ਼ ਹੈ, ਵੇਵ ਨੂੰ ਬਣਾਉਣ ਵਾਲੇ ਪਾਰਟੀਕਲਸ ਨੇ। ਜਦੋਂ ਪਾਰਟੀਕਲ ਵਾਈਬ੍ਰੇਟ ਕਰਦੇ ਨੇ ਤਾਂ ਕੀ ਬਣਦੀ ਹੈ, ਇੱਕ ਵੇਵ ਬਣਦੀ ਹੈ। ਤਾਂ ਜੋ ਪਾਰਟੀਕਲ ਦੇ ਮੂਵਮੈਂਟ ਹੈ, ਪਾਰਟੀਕਲ ਕਿੱਧਰ ਮੂਵ ਕਰ ਰਹੇ ਨੇ, ਉਸ ਦੇ ਹਿਸਾਬ ਨਾਲ ਜਿਹੜੇ ਵੇਵ ਦੇ ਮੋਸ਼ਨ ਨੂੰ ਦੋ ਤਰੀਕੇ ਨਾਲ ਡਿਫਾਈਨ ਕੀਤਾ ਗਿਆ। ਪਹਿਲਾ ਮੋਸ਼ਨ ਹੈਗਾ ਲੌਂਗੀਟਿਊਡਨਲ ਵੇਵ ਮੋਸ਼ਨ, ਦੂਸਰਾ ਹੈਗਾ ਟਰਾਂਸਵਰਸ ਵੇਵ ਮੋਸ਼ਨ। ਲੌਂਗੀਟਿਊਡਨਲ ਵੇਵ ਮੋਸ਼ਨ ਕੀ ਹੈ, ਜਦੋਂ ਪਾਰਟੀਕਲ ਵਾਈਬ੍ਰੇਟ ਕਰਦੇ ਨੇ ਇਨ ਦਾ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਆਫ ਵੇਵ, ਜਿੱਧਰ ਵੇਵ ਜਾ ਰਹੀ ਹੈ ਉਧਰ ਹੀ ਪਾਰਟੀਕਲ ਕੀ ਕਰ ਰਹੇ ਨੇ, ਵਾਈਬ੍ਰੇਟ ਕਰ ਰਹੇ ਨੇ। ਠੀਕ ਹੈ, ਇਹਦੀ ਡੈਫੀਨੇਸ਼ਨ ਜੇ ਆਪਾਂ ਸਮਝੀਏ, ਇਹਦੀ ਡੈਫੀਨੇਸ਼ਨ ਕੀ ਹੋਏਗੀ, ਦਾ ਡਾਇਰੈਕਸ਼ਨ ਆਫ ਵਾਈਬ੍ਰੇਸ਼ਨ ਆਫ ਪਾਰਟੀਕਲ ਆਫ ਦਾ ਮੀਡੀਅਮ ਇਜ਼ ਪੈਰਲਲ ਟੂ ਦਾ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਆਫ ਅ ਵੇਵ। ਠੀਕ ਹੈ, ਟਰਾਂਸਵਰਸ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਪਾਰਟੀਕਲ ਨੇ ਉਹ ਪਰਪੈਂਡੀਕੂਲਰ ਵਾਈਬ੍ਰੇਟ ਕਰਦੇ ਨੇ, ਜਿੱਧਰ ਵੇਵ ਜਾਊਗੀ ਉਹਦੇ ਪਰਪੈਂਡੀਕੂਲਰ ਮਤਲਬ ਹੋਇਆ ਕਿ 90 ਡਿਗਰੀ ਦੇ ਐਂਗਲ ਬਣਾਉਣਗੇ ਜਿੱਧਰ ਵੇਵ ਜਾਊਗੀ। ਇਹਨੂੰ ਇਸ ਚੀਜ਼ ਨੂੰ ਬੈਟਰ ਸਮਝਣ ਦੇ ਲਈ ਆਪਾਂ ਇੱਕ ਵੀਡੀਓ ਦੇਖਦੇ ਹਾਂ, ਜਿਹਦੇ ਵਿੱਚ ਆਪਾਂ ਨੂੰ ਪਤਾ ਚੱਲੇਗਾ, ਬਹੁਤ ਅੱਛੇ ਤਰੀਕੇ ਪਤਾ ਚੱਲੇਗਾ ਕਿ ਪਾਰਟੀਕਲ ਕਿੱਧਰ ਵਾਈਬ੍ਰੇਟ ਕਰ ਰਿਹਾ ਹੈ ਤੇ ਵੇਵ ਕਿੱਧਰ ਮੂਵ ਕਰ ਰਹੀ ਹੈ। In a longitudinal ਹੁਣ ਇਹਦੇ ਵਿੱਚ ਵੇਵ ਜਾ ਰਹੀ ਹੈ, ਇਹ ਜਿਹੜੀ ਰਿੰਗਸ ਨੇ, ਰਿੰਗਸ ਨੂੰ ਆਪਾਂ ਕੀ ਸਮਝ ਸਕਦੇ ਹਾਂ, ਜਿਹੜੇ ਰਿੰਗਸ ਜਾ ਰਹੇ ਨੇ, ਹੁਣ ਇੱਥੇ ਆਪਾਂ ਦੇਖਾਂਗੇ ਆਹ ਵੀਡੀਓ ਦੇ ਵਿੱਚ ਰਿੰਗਸ ਜਾ ਰਹੇ ਨੇ, ਰਿੰਗਸ ਨੂੰ ਆਪਾਂ ਪਾਰਟੀਕਲ ਮੰਨ ਸਕਦੇ ਹਾਂ। ਤਾਂ ਪਾਰਟੀਕਲ ਇੱਥੇ ਕੀ ਜਾ ਰਹੇ ਨੇ, ਮੂਵ ਕਰ ਰਹੇ ਨੇ ਅੱਗੇ, ਤੇ ਵੇਵ ਵੀ ਕੀ ਕਰ ਰਹੀ ਹੈ ਅੱਗੇ। ਤਾਂ ਦੋਨੇ ਕੀ ਹੋ ਗਏ, ਦੋਨਾਂ ਦੀ ਡਾਇਰੈਕਸ਼ਨ ਸੇਮ ਹੋ ਗਈ। ਠੀਕ ਹੈ, ਤਾਂ ਇਹ ਕਿਹੜੀ ਵੇਵ ਬਣਾ ਰਹੀਆਂ ਨੇ, ਲੌਂਗੀਟਿਊਡਨਲ ਵੇਵ ਬਣਾ ਰਹੀਆਂ ਨੇ। ਠੀਕ ਹੈ ਜੀ, ਦੋਨੇ ਹੁਣ ਪਾਰਟੀਕਲ ਅੱਗੇ ਜਾ ਰਹੇ ਨੇ, ਵੇਵ ਵੀ ਕੀ ਜਾ ਰਹੀ ਹੈ, ਅੱਗੇ ਜਾ ਰਹੀ ਹੈ। ਟਰਾਂਸਵਰਸ ਦੇ ਵਿੱਚ ਕੀ ਹੋਏਗਾ, ਟਰਾਂਸਵਰਸ ਦੇ ਵਿੱਚ ਪਾਰਟੀਕਲ ਉੱਪਰ ਨੀਚੇ ਜਾਣਗੇ, ਪਾਰਟੀਕਲ ਉੱਪਰ ਨੀਚੇ ਜਾ ਰਿਹਾ ਹੈ ਤੇ ਵੇਵ ਕਿੱਧਰ ਜਾ ਰਹੀ ਹੈ, ਅੱਗੇ ਜਾ ਰਹੀ ਹੈ। ਤਾਂ ਡਾਇਗਰਾਮ ਜੋ ਵੀਡੀਓ ਹੈ, ਵੀਡੀਓ ਦੇ ਵਿੱਚ ਬਹੁਤ ਅੱਛੇ ਤਰੀਕੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਲੌਂਗੀਟਿਊਡਨਲ ਵੇਵ ਮੋਸ਼ਨ ਕੀ ਹੈ ਤੇ ਟਰਾਂਸਵਰਸ ਵੇਵ ਮੋਸ਼ਨ ਕੀ ਹੈ। ਨੈਕਸਟ ਟੌਪਿਕ ਆਪਣਾ ਆ ਜਾਂਦਾ ਹੈ ਕਰੈਕਟਰਿਸਟਿਕਸ ਆਫ ਅ ਵੇਵ। ਜੇ ਆਪਾਂ ਨੇ ਪ੍ਰੋਪਰ ਵੇਵ ਨੂੰ ਸਮਝਣਾ ਹੈ ਤਾਂ ਆਪਾਂ ਨੂੰ ਉਹਦੀ ਕਰੈਕਟਰਿਸਟਿਕਸ ਸਮਝਣੀਆਂ ਪੈਣਗੀਆਂ, ਜਿਹਦੇ ਵਿੱਚ ਪਹਿਲੀ ਕਰੈਕਟਰਿਸਟਿਕ ਕਿਹੜੀ ਹੈ, ਵੇਵ ਲੈਂਥ। ਵੇਵ ਲੈਂਥ ਕੀ ਹੈ, ਨਾਮ ਤੋਂ ਹੀ ਸਾਨੂੰ ਪਤਾ ਚੱਲ ਰਿਹਾ, ਲੈਂਥ ਆਫ ਵੇਵ। ਵੇਵ ਲੈਂਥ ਇਜ਼ ਅ ਲੈਂਥ ਆਫ ਵੇਵ, ਕਿ ਇੱਕ ਵੇਵ ਦੀ ਕਿੰਨੀ ਲੈਂਥ ਹੈ। ਵੇਵ ਕੀ ਚੀਜ਼ ਹੈ, ਆਹ ਵੇਵ ਹੈ, ਵੇਵ ਨੂੰ ਆਪਾਂ ਇਸ ਤਰੀਕੇ ਰਿਪਰੈਜ਼ੈਂਟ ਕਰਦੇ ਹਾਂ ਕਿ ਪਾਰਟੀਕਲ ਵਾਈਬ੍ਰੇਟ ਕਰ ਰਿਹਾ, ਕਿਸ ਤਰੀਕੇ ਨਾਲ ਵਾਈਬ੍ਰੇਟ ਕਰ ਰਿਹਾ, ਉਹਨੂੰ ਆਪਾਂ ਕੀ ਬੋਲ ਦਿੰਦੇ ਹਾਂ, ਵੇਵ ਬੋਲ ਦਿੰਦੇ ਹਾਂ। ਜੋ ਉੱਪਰ ਵਾਲਾ ਪੋਰਸ਼ਨ ਹੈ, ਆਹ ਵਾਲਾ ਪੋਰਸ਼ਨ ਹੈ ਜਿਹੜਾ, ਇਹ ਵਾਲੇ ਪੋਰਸ਼ਨ ਨੂੰ ਆਪਾਂ ਕੀ ਬੋਲਦੇ ਹਾਂ, ਜੋ ਆਹ ਵਾਲਾ ਪੋਰਸ਼ਨ ਹੈ ਇਹਨੂੰ ਆਪਾਂ ਬੋਲਦੇ ਹਾਂ ਕਰਸਟ। ਤੇ ਜੋ ਨੀਚੇ ਵਾਲਾ ਪੋਰਸ਼ਨ ਹੈ, ਆਹ ਵਾਲਾ ਪੋਰਸ਼ਨ, ਇਹਨੂੰ ਆਪਾਂ ਕੀ ਬੋਲਦੇ ਹਾਂ, ਟਰਫ। ਨੀਚੇ ਵਾਲੇ ਪੋਰਸ਼ਨ ਨੂੰ ਆਪਾਂ ਟਰਫ ਬੋਲਦੇ ਹਾਂ, ਉੱਪਰ ਵਾਲੇ ਪੋਰਸ਼ਨ ਨੂੰ ਆਪਾਂ ਕਰਸਟ ਬੋਲਦੇ ਹਾਂ। ਤਾਂ ਜੋ ਡਿਸਟੈਂਸ ਕਰਸਟ ਤੇ ਟਰਫ ਦੇ ਵਿੱਚ ਹੁੰਦਾ ਹੈ, ਫੋਰ ਐਗਜ਼ਾਮਪਲ ਆਪਾਂ ਇੱਥੋਂ ਆਹ ਵਾਲੇ ਪੁਆਇੰਟ ਤੋਂ ਲੈ ਕੇ ਆਹ ਵਾਲੇ ਪੁਆਇੰਟ ਤੱਕ ਸਾਰਾ ਆਹ ਵਾਲਾ ਡਿਸਟੈਂਸ, ਇਹ ਕੀ ਹੈ, ਵੇਵ ਲੈਂਥ ਹੈ। ਠੀਕ ਹੈ, ਆਹ ਵਾਲੀ ਡਿਸਟੈਂਸ ਨੂੰ ਵੀ ਵੇਵ ਲੈਂਥ ਕਹਿ ਸਕਦੇ ਹਾਂ। ਇਹ ਵਾਲੇ ਡਿਸਟੈਂਸ ਨੂੰ, ਇਸ ਪੁਆਇੰਟ ਤੋਂ ਸ਼ੁਰੂ ਹੋ ਕੇ ਇਸ ਪੁਆਇੰਟ ਤੱਕ ਜੋ ਖਤਮ ਹੋ ਰਿਹਾ, ਇਹ ਡਿਸਟੈਂਸ ਨੂੰ ਆਪਾਂ ਬੋਲ ਸਕਦੇ ਹਾਂ ਵੇਵ ਲੈਂਥ। ਸੇਮ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਵਾਲੇ ਡਿਸਟੈਂਸ ਨੂੰ ਵੀ ਆਪਾਂ ਕੀ ਬੋਲ ਸਕਦੇ ਹਾਂ, ਵੇਵ ਲੈਂਥ। ਤਾਂ ਵੇਵ ਲੈਂਥ ਦੀ ਕੀ ਡੈਫੀਨੇਸ਼ਨ ਹੋਏਗੀ, ਇੱਕ ਕਰਸਟ, ਆਹ ਆਪਣਾ ਇੱਕ ਕਰਸਟ ਹੋ ਗਿਆ ਤੇ ਇੱਕ ਟਰਫ, ਇੱਕ ਕਰਸਟ ਤੇ ਇੱਕ ਟਰਫ ਦੇ ਵਿੱਚ ਜੋ ਡਿਸਟੈਂਸ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ, ਵੇਵ ਲੈਂਥ। ਵੇਵ ਲੈਂਥ ਨੂੰ ਰਿਪਰੈਜ਼ੈਂਟ ਕਰਦੇ ਹਾਂ ਸਿੰਬਲ ਲੈਮਡਾ ਦੇ ਨਾਲ। ਆਹ ਵਾਲਾ ਸਿੰਬਲ ਜੋ ਹੈਗਾ ਇਹਨੂੰ, ਇਹ ਕੀ ਹੈ, ਲੈਮਡਾ। ਠੀਕ ਹੈ ਜੀ, ਤਾਂ ਵੇਵ ਲੈਂਥ ਦੀ ਡੈਫੀਨੇਸ਼ਨ ਵੀ ਪੜ੍ਹ ਲੈਂਦੇ ਹਾਂ। ਦ ਡਿਸਟੈਂਸ ਬਿਟਵੀਨ ਟੂ ਸਕਸੈਸਿਵ ਕਰਸਟ ਔਰ ਟਰਫ ਔਰ ਸਕਸੈਸਿਵ ਕੰਪਰੈਸ਼ਨ ਐਂਡ ਰੇਰਫੈਕਸ਼ਨ ਇਜ਼ ਕਾਲਡ ਵੇਵ ਲੈਂਥ। ਵੇਵ ਲੈਂਥ ਦੀ ਯੂਨਿਟ ਕੀ ਹੈ, ਵੇਵ ਲੈਂਥ ਦੀ ਯੂਨਿਟ ਮੀਟਰ ਹੈ, ਕਿਉਂਕਿ ਵੇਵ ਲੈਂਥ ਵੀ ਇੱਕ ਲੈਂਥ ਹੀ ਹੈ, ਲੈਂਥ ਦੀ ਯੂਨਿਟ ਕੀ ਹੁੰਦੀ ਹੈ, ਮੀਟਰ ਹੁੰਦੀ ਹੈ। ਨੈਕਸਟ ਟੌਪਿਕ ਆ ਜਾਂਦਾ ਹੈ ਟਾਈਮ ਪੀਰੀਅਡ। ਟਾਈਮ ਪੀਰੀਅਡ ਕੀ ਹੈ, ਇੱਕ ਵੇਵ ਨੂੰ ਕੰਪਲੀਟ ਹੋਣ ਦੇ ਲਈ ਕਿੰਨਾ ਟਾਈਮ ਲੱਗ ਰਿਹਾ, ਉਹਨੂੰ ਆਪਾਂ ਕੀ ਬੋਲਦੇ ਹਾਂ, ਟਾਈਮ ਪੀਰੀਅਡ। ਇਹਦੀ ਯੂਨਿਟ ਸੈਕਿੰਡ ਦੇ ਵਿੱਚ ਹੁੰਦੀ ਹੈ। ਡਾਇਗਰਾਮ ਦੇ ਵਿੱਚ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਵੇਵ ਨੂੰ, ਹੁਣ ਵੇਵ ਇੱਥੇ ਤੋਂ ਲੈ ਕੇ ਇੱਥੇ ਤੱਕ ਗਈ, ਤਾਂ ਇੱਥੇ ਇਹਨੂੰ ਟਾਈਮ ਕਿੰਨਾ ਲੱਗੇਗਾ ਵੇਵ ਨੂੰ ਕੰਪਲੀਟ ਹੋਣ ਦੇ ਲਈ, ਉਹਨੂੰ ਆਪਾਂ ਕੀ ਬੋਲਦੇ ਹਾਂ, ਟਾਈਮ ਪੀਰੀਅਡ। ਟਾਈਮ ਪੀਰੀਅਡ ਨੂੰ ਕੈਪੀਟਲ ਟੀ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ, ਕੈਪੀਟਲ ਟੀ, ਤੇ ਇਹਦੀ ਯੂਨਿਟ ਕੀ ਹੈ, ਸੈਕਿੰਡ। ਵੇਵ ਲੈਂਥ, ਲੈਂਥ ਨੂੰ ਆਪਾਂ
ਵੇਵਲੈਂਥ ਬੋਲਦੇ ਆ। ਜਿੰਨਾ ਟਾਈਮ ਲੱਗਿਆ ਇੱਕ ਵੇਵ ਨੂੰ ਕੰਪਲੀਟ ਹੋਣ ਦੇ ਲਈ ਉਹਨੂੰ ਆਪਾਂ ਕੀ ਬੋਲਦੇ ਆ, ਟਾਈਮ ਪੀਰੀਅਡ ਬੋਲਦੇ ਆ। ਨੈਕਸਟ ਟੌਪਿਕ ਆ ਜਾਂਦਾ ਫ੍ਰੀਕੁਐਂਸੀ। ਫ੍ਰੀਕੁਐਂਸੀ ਕੀ ਹੈ? ਦ ਨੰਬਰ ਆਫ ਕੰਪਰੈਸ਼ਨ ਔਰ ਰੇਅਰਫੈਕਸ਼ਨ ਪਰ ਯੂਨਿਟ ਟਾਈਮ ਇਜ਼ ਕਾਲਡ ਫ੍ਰੀਕੁਐਂਸੀ। 1 ਸੈਕਿੰਡ ਦੇ ਵਿੱਚ ਕਿੰਨੀਆਂ ਵੇਵਸ ਬਣਦੀਆਂ ਨੇ ਉਹਨੂੰ ਆਪਾਂ ਕੀ ਬੋਲਦੇ ਆ, ਫ੍ਰੀਕੁਐਂਸੀ। ਐਗਜ਼ਾਮਪਲ, ਕੋਈ ਚੀਜ਼ ਵਾਈਬਰੇਟ ਕਰ ਰਹੀ ਹੈ, ਮੰਨ ਲਓ 1 ਸੈਕਿੰਡ ਦੇ ਵਿੱਚ ਉਹ 100 ਟਾਈਮ ਵਾਈਬਰੇਟ ਕਰਦੀ ਹੈ, ਤਾਂ ਉਹਨੂੰ ਆਪਾਂ ਉਹਦੀ ਫ੍ਰੀਕੁਐਂਸੀ ਕਿੰਨੀ ਹੋ ਜਾਏਗੀ, 100 ਹੋ ਜਾਏਗੀ। ਠੀਕ ਹੈ। ਅਤੇ ਫ੍ਰੀਕੁਐਂਸੀ ਦੀ ਯੂਨਿਟ ਕੀ ਹੁੰਦੀ ਹੈ, ਹਰਟਜ਼। ਇੱਕ ਯੂਨਿਟ ਹੋਰ ਹੁੰਦੀ ਹੈ, ਪਰ ਸੈਕਿੰਡ ਵੀ ਇਹਦੀ ਇੱਕ ਯੂਨਿਟ ਹੁੰਦੀ ਹੈ, ਪਰ ਜੋ ਯੂਨਿਟ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ ਉਹ ਕਿਹੜੀ ਹੈ, ਹਰਟਜ਼। ਹੁਣ ਡਾਇਗਰਾਮ ਦੇ ਵਿੱਚ ਸਮਝਦੇ ਹਾਂ ਆਪਾਂ। ਡਾਇਗਰਾਮ ਦੇ ਵਿੱਚ ਸਮਝੀਏ। ਹੁਣ ਜੋ ਫਸਟ ਵੇਵ ਹੈ, ਫਸਟ ਵੇਵ ਦੇ ਵਿੱਚ ਆਪਾਂ ਦੇਖਾਂਗੇ ਜੋ ਫ੍ਰੀਕੁਐਂਸੀ ਹੈ ਉਹ ਕੀ ਹੈ, ਘੱਟ ਹੈ। ਫ੍ਰੀਕੁਐਂਸੀ ਕੀ ਹੈ, ਘੱਟ ਹੈ। 1 ਸੈਕਿੰਡ ਦੇ ਵਿੱਚ ਮੰਨ ਲਓ ਕਿੰਨੀਆਂ ਵੇਵਸ ਪਾਸ ਕਰੀਆਂ ਨੇ, ਇੱਥੇ ਦੇਖਾਂਗੇ ਇੱਕ ਇੱਥੇ ਤੱਕ, ਇਸ ਪੁਆਇੰਟ ਤੋਂ ਜੇ ਆਪਾਂ ਪਿਕ ਕਰੀਏ, ਇਸ ਪੁਆਇੰਟ ਤੋਂ ਤੇ ਲੈ ਕੇ ਇਸ ਪੁਆਇੰਟ ਤੱਕ ਕਿੰਨੀ ਵੇਵ ਬਣਦੀ ਹੈ, 1 ਵੇਵ ਬਣਦੀ ਹੈ। ਉਸ ਤੋਂ ਬਾਅਦ ਫਿਰ ਦੂਸਰੀ ਵੇਵ ਬਣਦੀ ਹੈ, ਅਬਾਊਟ 2 ਵੇਵਸ ਬਣਦੀਆਂ ਨੇ। ਇੱਥੇ ਕਾਫੀ ਸਾਰੀਆਂ ਵੇਵਸ ਬਣਦੀਆਂ ਨੇ। ਸੈਕਿੰਡ ਡਾਇਗਰਾਮ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਾਫੀ ਸਾਰੀਆਂ ਵੇਵਸ ਬਣਦੀਆਂ ਨੇ। ਤਾਂ ਫ੍ਰੀਕੁਐਂਸੀ ਕੀ ਹੈ, ਨੰਬਰ ਆਫ ਵੇਵਸ ਪਰ ਯੂਨਿਟ ਟਾਈਮ। ਜੋ ਟਾਈਮ ਆਪਾਂ ਕੰਸੀਡਰ ਕਰਦੇ ਹਾਂ ਉਹ ਕਿਹਦੇ ਵਿੱਚ ਕੰਸੀਡਰ ਕਰਦੇ ਆ, ਸੈਕਿੰਡ ਦੇ ਵਿੱਚ ਕੰਸੀਡਰ ਕਰਦੇ ਆ। ਟਾਈਮ ਹਮੇਸ਼ਾ ਸੈਕਿੰਡ ਦੇ ਵਿੱਚ ਕੰਸੀਡਰ ਕਰਦੇ ਆ। ਜੋ ਫ੍ਰੀਕੁਐਂਸੀ ਹੈ ਉਹ ਪਿਚ ਡਿਸਾਈਡ ਕਰਦੀ ਹੈ, ਸਾਊਂਡ ਦੀ ਪਿਚ, ਮਤਲਬ ਆਵਾਜ਼ ਕਿੰਨੀ ਤਿੱਖੀ ਹੋਏਗੀ। ਫੋਰ ਐਗਜ਼ਾਮਪਲ, ਜੇ ਆਪਾਂ ਗਰਲਸ ਦੀ ਆਵਾਜ਼ ਦੇਖਦੇ ਹਾਂ, ਗਰਲਸ ਦੀ ਆਵਾਜ਼ ਕੀ ਹੁੰਦੀ ਹੈ, ਬਹੁਤ ਤਿੱਖੀ ਹੁੰਦੀ ਹੈ, ਤਾਂ ਆਪਾਂ ਕਹਿ ਦਿੰਦੇ ਹਾਂ ਕਿ ਗਰਲਸ ਦੀ ਆਵਾਜ਼ ਦੀ ਪਿਚ ਜੋ ਹੈ ਉਹ ਹਾਈ ਹੁੰਦੀ ਹੈ। ਅਤੇ ਬॉयज़ ਦੀ ਆਵਾਜ਼ ਦੀ ਜੋ ਪਿਚ ਹੁੰਦੀ ਹੈ ਉਹ ਕੀ ਹੁੰਦੀ ਹੈ, ਲੋ ਹੁੰਦੀ ਹੈ, ਮਤਲਬ ਆਵਾਜ਼ ਭਾਰੀ ਹੁੰਦੀ ਹੈ। ਤਾਂ ਇਹਨੂੰ ਆਪਾਂ ਇਸ ਤਰੀਕੇ ਵੀ ਕਹਿ ਸਕਦੇ ਹਾਂ ਕਿ ਗਰਲਸ ਦੀ ਜੋ ਆਵਾਜ਼ ਦੀ ਫ੍ਰੀਕੁਐਂਸੀ ਹੈ ਉਹ ਕੀ ਹੈ, ਜ਼ਿਆਦਾ ਹੁੰਦੀ ਹੈ, ਅਤੇ ਬॉयज़ ਦੀ ਆਵਾਜ਼ ਦੀ ਜੋ ਫ੍ਰੀਕੁਐਂਸੀ ਹੈ ਉਹ ਕੀ ਹੁੰਦੀ ਹੈ, ਘੱਟ ਹੁੰਦੀ ਹੈ। ਇਹਦੇ 2 ਫਾਰਮੂਲਾਜ਼ ਵੀ ਨੇ, ਬਹੁਤ ਇੰਪੋਰਟੈਂਟ ਫਾਰਮੂਲਾਜ਼ ਨੇ। ਫਾਰਮੂਲਾਜ਼ ਕੀ ਨੇ ਫ੍ਰੀਕੁਐਂਸੀ ਦਾ? ਨੰਬਰ ਆਫ ਵੇਵਸ ਅਪੋਨ ਟੋਟਲ ਨੰਬਰ ਆਫ ਟਾਈਮ। ਕਿੰਨੀਆਂ ਵੇਵਸ ਬਣਦੀਆਂ ਨੇ ਅਤੇ ਕਿੰਨੇ ਟਾਈਮ ਦੇ ਵਿੱਚ ਬਣਦੀਆਂ ਨੇ। ਜੋ ਟਾਈਮ ਲੈਣਾ ਆਪਾਂ ਨੇ ਹਮੇਸ਼ਾ ਕਿਸ 'ਚ ਲੈਣਾ, ਸੈਕਿੰਡ ਦੇ ਵਿੱਚ ਲੈਣਾ। ਦੂਸਰਾ ਫਾਰਮੂਲਾ ਕੀ ਹੈ, ਫ੍ਰੀਕੁਐਂਸੀ ਇਜ਼ ਇਕੁਅਲ ਟੂ ਰੈਸੀਪ੍ਰੋਕਲ ਆਫ ਟਾਈਮ ਪੀਰੀਅਡ, ਔਰ ਵੀ ਕੈਨ ਸੇ 1/, ਟਾਈਮ ਪੀਰੀਅਡ। ਤਾਂ ਟਾਈਮ ਪੀਰੀਅਡ ਦੇ ਕੀ ਹੈ, ਉਹ ਰੈਸੀਪ੍ਰੋਕਲ ਹੈ। ਫ੍ਰੀਕੁਐਂਸੀ ਦੀ ਜੋ ਸਿੰਬਲ ਹੈ ਫ੍ਰੀਕੁਐਂਸੀ ਨੂੰ ਡੋਨੇਟ ਕਰਨ ਲਈ, ਇਹਨੂੰ ਬੋਲਦੇ ਆਪਾਂ ਨਿਊ। ਫ੍ਰੀਕੁਐਂਸੀ ਦਾ ਸਿੰਬਲ ਕੀ ਹੈ, ਨਿਊ। ਨੈਕਸਟ ਆ ਜਾਂਦਾ ਟੌਪਿਕ ਐਂਪਲੀਟਿਊਡ। ਐਂਪਲੀਟਿਊਡ ਕੀ ਹੈ? ਦ ਹਾਈਟ ਆਫ ਕਰਸਟ ਔਰ ਡੈਪਥ ਆਫ ਟਰਫ ਇਜ਼ ਕਾਲਡ ਐਂਪਲੀਟਿਊਡ। ਸਿੰਬਲ ਹੈ ਇਹਦਾ A। ਹੁਣ ਡਾਇਗਰਾਮ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਆਹ ਵਾਲੀ ਜੋ ਆਹ ਵਾਲਾ ਡਿਸਟੈਂਸ ਹੈ, ਇਹ ਵਾਲਾ ਕੀ ਹੈ, ਇਹਨੂੰ ਐਂਪਲੀਟਿਊਡ ਬੋਲਦੇ ਨੇ। ਕਰਸਟ ਦਾ ਨਹੀਂ, ਸਿਰਫ ਟਰਫ ਦਾ ਵੀ। ਟਰਫ ਦਾ ਜੋ ਆਹ ਵਾਲਾ ਡਿਸਟੈਂਸ ਹੈ ਇਹਨੂੰ ਵੀ ਆਪਾਂ ਕੀ ਬੋਲ ਦਿੰਦੇ ਹਾਂ, ਐਂਪਲੀਟਿਊਡ ਬੋਲ ਦਿੰਦੇ ਹਾਂ। ਜੋ ਐਂਪਲੀਟਿਊਡ ਹੈ ਉਹ ਕੀ ਡਿਸਾਈਡ ਕਰਦਾ ਵੇਵ ਦਾ? ਐਂਪਲੀਟਿਊਡ ਡਿਸਾਈਡ ਕਰਦਾ ਹੈ ਕਿ ਆਵਾਜ਼ ਕਿੰਨੀ ਉੱਚੀ ਹੋਏਗੀ। ਹੁਣ ਇੱਥੇ ਆਪਣੇ ਕੋਲੇ 2 ਵੇਵਸ ਨੇ। ਪਹਿਲੇ ਵਾਲੀ ਵੇਵ ਹੈ ਜਿਹੜੀ, ਇਹ ਕੀ ਹੈ, ਇਹਦਾ ਐਂਪਲੀਟਿਊਡ ਘੱਟ ਹੈ। ਪਹਿਲੇ ਵਾਲੀ ਵੇਵ ਦੇ ਵਿੱਚ ਜੇ ਆਪਾਂ ਦੇਖਾਂਗੇ ਇਹਦਾ ਐਂਪਲੀਟਿਊਡ ਕੀ ਹੈ, ਘੱਟ ਹੈ। ਦੂਸਰੀ ਵਾਲੀ ਦਾ ਐਂਪਲੀਟਿਊਡ ਕੀ ਹੈ, ਜ਼ਿਆਦਾ। ਪਹਿਲੀ ਵਾਲੀ ਵੇਵ ਦਾ ਐਂਪਲੀਟਿਊਡ ਸਿਰਫ ਇੰਨਾ ਹੈ, ਦੂਸਰੀ ਵਾਲੀ ਵੇਵ ਦਾ ਐਂਪਲੀਟਿਊਡ ਜ਼ਿਆਦਾ ਹੈ ਐਜ਼ ਕੰਪੇਅਰ। ਤਾਂ ਆਵਾਜ਼ ਲਾਊਡਰ ਕਿਹੜੀ ਹੋਏਗੀ? ਸੈਕਿੰਡ ਵੇਵ ਦੇ ਕੇਸ ਦੇ ਵਿੱਚ ਜੋ ਸਾਊਂਡ ਹੈ ਉਹ ਕੀ ਹੋਏਗੀ, ਲਾਊਡਰ ਹੋਏਗੀ, ਸੈਕਿੰਡ ਵੇਵ। ਅਤੇ ਫਸਟ ਵਾਲੀ ਕੀ ਹੋਏਗੀ, ਸੌਫਟ ਸਾਊਂਡ ਹੋਏਗੀ। ਆਵਾਜ਼ ਮੱਧਮ ਜਿਹੀ ਲੱਗੇਗੀ, ਬਹੁਤ ਸਲੋ ਲੱਗੇਗੀ। ਤਾਂ ਐਂਪਲੀਟਿਊਡ ਕੀ ਡਿਸਾਈਡ ਕਰਦਾ, ਲਾਊਡਨੈਸ। ਜਿੰਨੀ ਜ਼ਿਆਦਾ ਐਂਪਲੀਟਿਊਡ ਓਨੀ ਜ਼ਿਆਦਾ ਆਵਾਜ਼ ਕੀ ਹੋਏਗੀ, ਲਾਊਡ ਹੋਏਗੀ। ਐਗਜ਼ਾਮਪਲ, ਇੱਕ ਡਿਵਾਈਸ ਵੀ ਯੂਜ਼ ਹੁੰਦਾ ਹੈ ਜਿਹਨੂੰ ਆਪਾਂ ਬੋਲਦੇ ਹਾਂ ਐਂਪਲੀਫਾਇਰ। ਤਾਂ ਐਂਪਲੀਫਾਇਰ ਕੀ ਕਰਦਾ ਹੈ, ਆਵਾਜ਼ ਦੀ ਲਾਊਡਨੈਸ ਨੂੰ ਵਧਾ ਦਿੰਦਾ ਹੈ। ਉਹ ਕਿਵੇਂ ਵਧਾਉਂਦਾ ਹੈ? ਸਾਊਂਡ ਵੇਵ ਦੀ ਐਂਪਲੀਟਿਊਡ ਨੂੰ ਇੰਕਰੀਜ਼ ਕਰਕੇ ਲਾਊਡਨੈਸ ਵਧਾਈ ਜਾ ਸਕਦੀ ਹੈ। ਨੈਕਸਟ ਟੌਪਿਕ ਆ ਜਾਂਦਾ ਹੈ ਨੋਟ ਐਂਡ ਟੋਨ। ਨੋਟ ਕੀ ਹੈ? ਸਾਊਂਡ ਆਫ ਅ ਸਿੰਗਲ ਫ੍ਰੀਕੁਐਂਸੀ ਇਜ਼ ਕਾਲਡ ਟੋਨ। ਜੇ ਸਿਰਫ ਇੱਕ ਫ੍ਰੀਕੁਐਂਸੀ ਦੀ ਸਾਊਂਡ ਵੇਵ ਪ੍ਰੋਡਿਊਸ ਹੋ ਰਹੀਆਂ ਨੇ ਤਾਂ ਉਸ ਸਾਊਂਡ ਨੂੰ ਆਪਾਂ ਕੀ ਬੋਲਾਂਗੇ, ਨੋਟ। ਅਤੇ ਅ ਸਾਊਂਡ ਪ੍ਰੋਡਿਊਸਡ ਵਿਦ ਅ ਮਿਕਸਚਰ ਆਫ ਸੈਵਰਲ ਫ੍ਰੀਕੁਐਂਸੀ, ਜਿਹਦੇ ਵਿੱਚ ਕਾਫੀ ਸਾਰੀ ਫ੍ਰੀਕੁਐਂਸੀਜ਼ ਮਿਕਸ ਹੋਣ, ਉਹਨੂੰ ਆਪਾਂ ਬੋਲਦੇ ਹਾਂ ਟੋਨ। ਅੱਜ ਕੱਲ੍ਹ ਬਹੁਤ ਜ਼ਿਆਦਾ ਮਿਊਜ਼ਿਕ ਸੁਣਿਆ ਜਾ ਰਿਹਾ, ਤਾਂ ਮਿਊਜ਼ਿਕ ਦੇ ਵਿੱਚ ਕਿਤੇ ਨਾ ਕਿਤੇ ਤਾਂ ਆਪਾਂ ਨੇ ਕਦੇ ਇਹ ਸ਼ਬਦ ਸੁਣਿਆ ਹੀ ਹੋਏਗਾ, ਟੋਨ ਵਾਲਾ। ਤਾਂ ਨੋਟ ਅਤੇ ਟੋਨ ਦੇ ਵਿੱਚ ਕੀ ਡਿਫਰੈਂਸ ਹੈ?
ਨੋਟ ਦੇ ਵਿੱਚ ਸਿਰਫ ਇੱਕ ਫ੍ਰੀਕੁਐਂਸੀ ਹੁੰਦੀ ਹੈ, ਟੋਨ ਦੇ ਵਿੱਚ ਕਾਫੀ ਸਾਰੀ ਫ੍ਰੀਕੁਐਂਸੀਜ਼ ਦੀ ਸਾਊਂਡ ਵੇਵਸ ਹੋ ਸਕਦੀਆਂ ਨੇ। ਨੈਕਸਟ ਟੌਪਿਕ ਆ ਜਾਂਦਾ ਹੈ ਸਪੀਡ ਆਫ ਸਾਊਂਡ। ਸਪੀਡ ਆਫ ਸਾਊਂਡ ਕੀ ਹੈ? ਡਿਸਟੈਂਸ ਟਰੈਵਲ ਬਾਏ ਸਾਊਂਡ ਇਨ ਯੂਨਿਟ ਟਾਈਮ। 1 ਸੈਕਿੰਡ ਦੇ ਵਿੱਚ ਜੋ ਸਾਊਂਡ ਹੈ ਉਹ ਕਿੰਨਾ ਡਿਸਟੈਂਸ ਟਰੈਵਲ ਕਰ ਜਾਂਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਸਪੀਡ ਆਫ ਸਾਊਂਡ। ਜੋ ਸਪੀਡ ਆਫ ਸਾਊਂਡ ਹੈ ਉਹ ਅਲੱਗ-ਅਲੱਗ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਹੈ, ਜਿਵੇਂ ਪ੍ਰੈਸ਼ਰ ਹੋ ਗਿਆ, ਡੈਂਸਿਟੀ ਹੋ ਗਈ ਜਾਂ ਟੈਂਪਰੇਚਰ ਹੋ ਗਿਆ। ਅਲੱਗ-ਅਲੱਗ ਮੀਡੀਅਮ ਦੇ ਵਿੱਚ ਸਾਊਂਡ ਦੀ ਸਪੀਡ ਕੀ ਹੋ ਜਾਂਦੀ ਹੈ? ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਹੈ ਕਿ ਸਾਊਂਡ ਦੀ ਸਪੀਡ ਇੱਕ ਕੌਨਸਟੈਂਟ ਨਹੀਂ ਹੈ ਕਿ ਇੰਨੀ ਹੀ ਹੋਏਗੀ, ਉਹ ਸਪੀਡ ਕੀ ਕਰਦੀ ਰਹਿੰਦੀ ਹੈ? ਵੇਰੀ ਕਰਦੀ ਰਹਿੰਦੀ ਹੈ, ਚੇਂਜ ਹੁੰਦੀ ਰਹਿੰਦੀ ਹੈ। ਅਲੱਗ-ਅਲੱਗ ਟੈਂਪਰੇਚਰ ਦੇ ਵਿੱਚ, ਅਲੱਗ-ਅਲੱਗ ਗਰਮੀਆਂ ਦੇ ਵਿੱਚ ਮੇ ਬੀ ਅਲੱਗ ਹੋਵੇ, ਸਰਦੀਆਂ ਦੇ ਵਿੱਚ ਅਲੱਗ ਹੋਵੇ, ਤਾਂ ਉਹਦੀ ਸਪੀਡ ਕੀ ਹੈ? ਅਲੱਗ-ਅਲੱਗ ਹੁੰਦੀ ਹੈ। ਇੱਕ ਹੋਰ ਵੀ ਹੈ ਕਿ ਸਾਊਂਡ ਦੀ ਸਪੀਡ ਚੈੱਕ ਕੀਤਾ ਗਿਆ ਐਕਸਪੈਰੀਮੈਂਟਲੀ ਕਿ ਸੋਲਿਡ ਦੇ ਵਿੱਚ ਮੈਕਸਿਮਮ ਹੁੰਦੀ ਹੈ, ਲਿਕੁਇਡ ਦੇ ਵਿੱਚ ਘੱਟ ਹੋਏਗੀ ਅਤੇ ਗੈਸਿਸ ਦੇ ਵਿੱਚ ਕੀ ਹੋਏਗੀ? ਹੋਰ ਜ਼ਿਆਦਾ ਘੱਟ। ਇਹਦਾ ਮਤਲਬ ਕੀ ਹੈ ਕਿ ਏਅਰ ਦੇ ਵਿੱਚ ਹੁਣ ਆਪਾਂ ਬੋਲ ਰਹੇ ਹਾਂ ਤਾਂ ਇੱਥੇ ਸਪੀਡ ਸਾਰਿਆਂ ਨਾਲੋਂ ਘੱਟ ਹੋਏਗੀ। ਜੇ ਆਵਾਜ਼ ਲਿਕੁਇਡ ਦੇ ਵਿੱਚ ਟਰੈਵਲ ਕਰੇ ਤਾਂ ਉਹਦੀ ਸਪੀਡ ਐਜ਼ ਕੰਪੇਅਰ ਗੈਸਿਸ ਦੇ ਜਾਂ ਏਅਰ ਦੇ ਕੀ ਹੋਏਗੀ? ਜ਼ਿਆਦਾ। ਜੇ ਜੋ ਆਪਾਂ ਨੋਰਮਲ ਆਪਾਂ ਸਾਊਂਡ ਦੀ ਸਪੀਡ ਮੰਨਦੇ ਆ ਏਅਰ ਦੇ ਵਿੱਚ, ਉਹ ਕਿੰਨੀ ਮੰਨਦੇ ਆ? 344 ਮੀਟਰ ਪਰ ਸੈਕਿੰਡ, ਜਦੋਂ ਟੈਂਪਰੇਚਰ ਕਿੰਨਾ ਹੁੰਦਾ? 22 ਡਿਗਰੀ ਸੈਲਸੀਅਸ। ਹੁਣ ਸਾਊਂਡ ਦੀ ਸਪੀਡ ਦੇ ਬਾਰੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਦੋ ਟਰਮਸ ਬਹੁਤ ਇੰਪੋਰਟੈਂਟ ਨੇ। ਪਹਿਲੀ ਟਰਮ ਕੀ ਹੈ? ਸੁਪਰਸੋਨਿਕ। ਸੁਪਰਸੋਨਿਕ ਕੀ ਹੈ? ਸੁਪਰਸੋਨਿਕ ਕੋਈ ਆਬਜੈਕਟ ਹੋ ਸਕਦੀ ਹੈ, ਕੋਈ ਵੀ ਆਬਜੈਕਟ, ਉਹ ਆਬਜੈਕਟ ਜਿਹਦੀ ਸਪੀਡ ਸਾਊਂਡ ਦੀ ਸਪੀਡ ਤੋਂ ਵੀ ਕੀ ਹੋਏਗੀ? ਜ਼ਿਆਦਾ। ਲਗਭਗ ਕਿਹਾ ਜਾ ਸਕਦਾ ਹੈ ਕਿ ਉਹਦੀ ਸਪੀਡ ਕਿੰਨੀ ਹੋ ਸਕਦੀ ਹੈ? 344 ਮੀਟਰ ਪਰ ਸੈਕਿੰਡ ਤੋਂ ਜੇ ਕਿਸੇ ਆਬਜੈਕਟ ਦੀ ਸਪੀਡ ਜ਼ਿਆਦਾ ਹੋਏਗੀ, ਉਸ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਉਹ ਬੋਡੀ ਸੁਪਰਸੋਨਿਕ ਸਪੀਡ ਦੇ ਨਾਲ ਟਰੈਵਲ ਕਰ ਰਹੀ ਹੈ। ਤਾਂ ਐਜੀ ਕਿਹੜੀ ਆਬਜੈਕਟਸ ਨੇ ਜਿਹੜੀਆਂ ਸੁਪਰਸੋਨਿਕ ਦੀ ਸਪੀਡ ਦੇ ਨਾਲ ਟਰੈਵਲ ਕਰ ਲੈਂਦੀਆਂ ਨੇ? ਫੋਰ ਐਗਜ਼ਾਮਪਲ ਫਾਈਟਰ ਜੈਟ ਹੋ ਗਏ, ਮਿਜ਼ਾਈਲਸ ਹੋ ਗਿਆ, ਰੌਕੇਟਸ ਹੋ ਗਏ। ਇਹ ਕੀ ਕਰਦੀਆਂ ਨੇ? ਸੁਪਰਸੋਨਿਕ ਸਪੀਡ ਦੇ ਨਾਲ ਟਰੈਵਲ ਕਰ ਲੈਂਦੀਆਂ ਨੇ, ਸਾਊਂਡ ਦੀ ਸਪੀਡ ਨਾਲ ਤੋਂ ਵੀ ਜ਼ਿਆਦਾ ਸਪੀਡ ਨਾਲ ਟਰੈਵਲ ਕਰ ਲੈਂਦੀਆਂ ਨੇ। ਇੱਕ ਟਰਮ ਹੋਰ ਵੀ ਯੂਜ਼ ਹੁੰਦੀ ਹੈ, ਉਹਨੂੰ ਬੋਲਦੇ ਆ ਹਾਈਪਰਸੋਨਿਕ। ਤਾਂ ਐਡਾ ਜ਼ਿਆਦਾ ਆਪਣੇ ਸਿਲੇਬਸ ਦੇ ਵਿੱਚ ਪਾਰਟ ਪਲੇ ਨਹੀਂ ਕਰਦਾ। ਉਹਦੀ ਡੈਫੀਨੇਸ਼ਨ ਕੀ ਹੈ? ਜੋ ਸਾਊਂਡ ਦੀ ਸਪੀਡ ਨਾਲੋਂ 5 ਟਾਈਮਸ ਗ੍ਰੇਟਰ ਸਪੀਡ ਨਾਲ ਟਰੈਵਲ ਕਰਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਹਾਈਪਰਸੋਨਿਕ। ਤਾਂ ਨੈਕਸਟ ਟੌਪਿਕ ਆ ਜਾਂਦਾ ਹੈ ਸੋਨਿਕ ਬੂਮ। ਸੋਨਿਕ ਬੂਮ ਕੀ ਹੈ? ਸੋਨਿਕ ਬੂਮ ਇੱਕ ਆਵਾਜ਼ ਹੈ, ਐਕਸਪਲੋਸਿਵ ਨੋਇਜ਼ ਹੈ। ਐਕਸਪਲੋਸਿਵ ਜਿਵੇਂ ਬੰਬ ਫਟਦਾ ਹੈ ਤਾਂ ਜੋ ਆਵਾਜ਼ ਸੁਣਾਈ ਦਿੰਦੀ ਹੈ, ਉਸ ਤਰੀਕੇ ਦੀ ਇਹ ਸਾਊਂਡ ਹੈ। ਕੌਣ ਪ੍ਰੋਡਿਊਸ ਕਰਦਾ ਹੈ? ਇਹ ਉਹ ਆਬਜੈਕਟ ਪ੍ਰੋਡਿਊਸ ਕਰਦੀਆਂ ਨੇ ਜੋ ਸੁਪਰਸੋਨਿਕ ਸਪੀਡ ਦੇ ਨਾਲ ਚੱਲਦੀਆਂ ਨੇ। ਮਤਲਬ ਜਿਨ੍ਹਾਂ ਦੀ ਸਪੀਡ ਸਾਊਂਡ ਦੀ ਸਪੀਡ ਤੋਂ ਜ਼ਿਆਦਾ ਹੁੰਦੀ ਹੈ, ਉਹ ਚੀਜ਼ਾਂ ਸੋਨਿਕ ਬੂਮ ਕ੍ਰੀਏਟ ਕਰਦੀਆਂ ਨੇ, ਐਕਸਪਲੋਸਿਵ ਨੋਇਜ਼ ਕ੍ਰੀਏਟ ਕਰਦੀਆਂ ਨੇ। ਇਹਨੂੰ ਆਪਾਂ ਜੇ ਸੁਣਨਾ ਚਾਹੁੰਦੇ ਹਾਂ ਤਾਂ ਇਹਦੀ ਇੱਕ ਵੀਡੀਓ ਦੇਖਦੇ ਨੀਚੇ। ਇਹਦੇ ਵਿੱਚ ਇੱਕ ਪਲੇਨ ਹੈ, ਪਲੇਨ ਕੀ ਕਰੇਗਾ? ਸੁਪਰਸੋਨਿਕ ਸਾਊਂਡ ਪ੍ਰੋਡਿਊਸ ਕਰੇਗਾ, ਸੋਨਿਕ ਬੂਮ ਪ੍ਰੋਡਿਊਸ ਕਰੇਗਾ। ਮਤਲਬ ਇੱਕ ਐਕਸਪਲੋਸਿਵ ਨੋਇਜ਼ ਹੋਏਗੀ, ਉਹਦੇ ਨਾਲ ਨੀਚੇ ਕਾਰਾਂ ਖੜੀਆਂ ਨੇ, ਕਾਰਾਂ ਵੀ ਜੋ ਕਾਰਾਂ ਦੇ ਵਿੱਚ ਆਵਾਜ਼ ਆਉਣ ਲੱਗ ਜਾਏਗੀ। ਇਹ ਸਾਊਂਡ ਇੰਨੀ ਜ਼ਿਆਦਾ ਹਾਰਮਫੁਲ ਹੁੰਦੀ ਹੈ, ਆਪਾਂ ਕਹਿ ਸਕਦੇ ਹਾਂ ਕਿ ਇਹਦੇ ਨਾਲ ਜੋ ਆਪਣੇ ਘਰਾਂ ਦੇ ਵਿੱਚ ਸ਼ੀਸ਼ੇ ਵਗੈਰਾ ਲੱਗੇ ਨੇ ਉਹ ਵੀ ਬ੍ਰੇਕ ਡਾਊਨ ਹੋ ਸਕਦੇ ਨੇ। ਐਡੀ ਜ਼ਿਆਦਾ ਉੱਚੀ ਆਵਾਜ਼ ਹੁੰਦੀ ਹੈ, ਐਡੀ ਜ਼ਿਆਦਾ ਐਕਸਪਲੋਸਿਵ ਨੋਇਜ਼ ਹੁੰਦੀ ਹੈ। ਤਾਂ ਵੀਡੀਓ ਦੇ ਵਿੱਚ ਦੇਖਦੇ ਹਾਂ। ਸੋ ਜੋ ਐਕਸਪਲੋਸਿਵ ਨੋਇਜ਼ ਹੈ ਉਹਨੂੰ ਹੀ ਆਪਾਂ ਕੀ ਬੋਲਦੇ ਹਾਂ? ਸੋਨਿਕ ਬੂਮ। ਨੈਕਸਟ ਟੌਪਿਕ ਆ ਜਾਂਦਾ ਹੈ ਰੇਂਜ ਆਫ ਸਾਊਂਡ। ਹੁਣ ਸਾਊਂਡ ਦੀਆਂ ਜੋ ਆਪਾਂ ਬੋਲ ਸਕਦੇ ਹਾਂ ਦੋ ਰੇਂਜਿਸ ਨੇ, ਦੋ ਕੈਟਾਗਰੀਜ਼ ਦੇ ਵਿੱਚ ਰੇਂਜ ਦੇ ਅਕੋਰਡਿੰਗ ਆਪਾਂ ਇਹਨੂੰ ਡਿਵਾਈਡ ਕਰ ਲੈਂਦੇ ਹਾਂ। ਵਨ ਇਜ਼ ਆਡੀਬਲ ਐਂਡ ਅਦਰ ਇਜ਼ ਇਨਆਡੀਬਲ। ਆਡੀਬਲ ਸਾਊਂਡ ਕਿਹੜੀ ਹੈ? ਜੋ ਆਪਾਂ ਨੂੰ ਸੁਣਾਈ ਦਿੰਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਆਡੀਬਲ। ਅਤੇ ਇਨਆਡੀਬਲ ਕਿਹੜੀ ਹੈ? ਜੋ ਸਾਨੂੰ ਸੁਣਾਈ ਨਹੀਂ ਦਿੰਦੀ, ਉਹਨੂੰ ਆਪਾਂ ਬੋਲਦੇ ਹਾਂ ਇਨਆਡੀਬਲ। ਤਾਂ ਸੁਣਾਈ ਕਿਹੜੀ ਸਾਊਂਡ ਦਿੰਦੀ ਹੈ? ਐਗਜ਼ਾਮਪਲ ਜਿਹਦੀ ਫ੍ਰੀਕੁਐਂਸੀ 20 ਹਾਰਟਸ ਤੋਂ 20,000 ਹਾਰਟਸ ਹੋਵੇ, ਉਹ ਸਾਊਂਡ ਆਪਾਂ ਨੂੰ ਕੀ ਕਰਦੀ ਹੈ? ਸੁਣਾਈ ਦਿੰਦੀ ਹੈ। ਜੇ 20 ਤੋਂ ਘੱਟ ਹੋਏਗੀ, ਉਹ ਸਾਊਂਡ ਦੀ ਫ੍ਰੀਕੁਐਂਸੀ ਜਿਹਦੀ ਫ੍ਰੀਕੁਐਂਸੀ 20 ਹਾਰਟਸ ਤੋਂ ਘੱਟ ਹੋਏਗੀ, ਕੀ ਉਹ ਸੁਣਾਈ ਦੇਗੀ? ਨਹੀਂ, ਆਪਾਂ ਨੂੰ ਨਹੀਂ ਸੁਣਾਈ ਦੇਗੀ। ਜਾਂ ਫਿਰ 20,000 ਤੋਂ ਜ਼ਿਆਦਾ ਹੋਏਗੀ, ਉਹ ਵੀ ਆਪਾਂ ਨੂੰ ਸੁਣਾਈ ਨਹੀਂ ਦੇਗੀ। ਤਾਂ ਉਹ ਕਿਸ ਕੈਟਾਗਰੀ ਦੇ ਵਿੱਚ ਫਾਲ ਕਰੇਗੀ? ਇਨਆਡੀਬਲ ਕੈਟਾਗਰੀ ਦੇ ਵਿੱਚ ਫਾਲ ਕਰੇਗੀ।
ਹੁਣ ਜਿਹੜੀ ਇਨਆਡੀਬਲ ਸਾਊਂਡ ਹੈ ਇਹਨੂੰ ਆਪਾਂ ਦੋ ਟਾਈਪਸ ਦੇ ਵਿੱਚ ਡਿਵਾਈਡ ਕਰ ਲੈਂਦੇ ਹਾਂ, ਇਨਫਰਾਸੋਨਿਕ ਤੇ ਅਲਟਰਾਸੋਨਿਕ। ਇਨਫਰਾਸੋਨਿਕ ਜਿਹਦੀ ਫ੍ਰੀਕੁਐਂਸੀ ਲੈਸ ਦੈਨ 20 ਹੁੰਦੀ ਹੈ ਤੇ ਅਲਟਰਾਸੋਨਿਕ ਜਿਹਦੀ ਫ੍ਰੀਕੁਐਂਸੀ ਮੋਰ ਦੈਨ 20,000 ਹੁੰਦੀ ਹੈ। ਹੁਣ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਡਿਫਰੈਂਸ ਦੇਖਣ ਨੂੰ ਮਿਲਦੇ ਨੇ। ਡਿਫਰੈਂਸ ਕੀ ਨੇ ਕਿ ਡੈਫੀਨੇਸ਼ਨ ਹੈ ਇਹਦੀ, ਸਾਊਂਡ ਹੈਵਿੰਗ ਫ੍ਰੀਕੁਐਂਸੀ ਰੇਂਜ ਬਿਲੋ 20 ਹਰਟਸ ਇਨਫਰਾਸੋਨਿਕ, ਤੇ ਜਿਨ੍ਹਾਂ ਦੀ ਜ਼ਿਆਦਾ ਹੁੰਦੀ ਹੈ ਉਹ ਕੀ ਹੋ ਗਏ, ਅਲਟਰਾਸੋਨਿਕ। ਇੱਥੇ ਜਿਵੇਂ ਇਹਦੇ ਵਿੱਚ ਲਿਖਿਆ ਹੈ 20 ਕਿਲੋ ਹਰਟਸ, ਕਿਲੋ ਦਾ ਮਤਲਬ ਇੱਥੇ 1000 ਹੀ ਹੈ, ਤਾਂ ਕਿਲੋ ਦੇ 1000 ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਕਿਲੋ 1000 ਨੂੰ ਜੇ ਆਪਾਂ ਨੇ ਰਿਪਰੈਜ਼ੈਂਟ ਕਰਨਾ ਤਾਂ ਆਪਾਂ ਕਿਲੋ ਦੇ ਵਿੱਚ ਲਿਖ ਸਕਦੇ ਹਾਂ। ਹੋਰ ਇਹਦੇ ਵਿੱਚ ਮੇਨ ਪੁਆਇੰਟ ਕੀ ਹੈ, ਜਿਵੇਂ ਇਨਫਰਾ ਸਾਊਂਡ ਨੂੰ ਕੌਣ ਸੁਣ ਸਕਦਾ ਹੈ, ਜਿਵੇਂ ਜਿਰਾਫ, ਰਾਈਨੋਸੋਰਸ, ਵੇਲਸ, ਇਹ ਸਾਰੇ ਐਜੇ ਜਾਨਵਰ ਨੇ ਜੋ ਇਨਫਰਾ ਸਾਊਂਡ ਜਾਂ ਇਨਫਰਾਸੋਨਿਕ ਸਾਊਂਡ ਸੁਣ ਸਕਦੇ ਨੇ। ਅਲਟਰਾਸਾਊਂਡ ਨੂੰ ਕੌਣ ਸੁਣ ਸਕਦਾ ਹੈ, ਬੈਟਸ ਸੁਣ ਸਕਦੇ ਨੇ, ਡੌਗਸ ਸੁਣ ਸਕਦੇ ਨੇ, ਕੈਟਸ ਵਗੈਰਾ ਵਗੈਰਾ, ਡੋਲਫਿਨ, ਇਹ ਉਹ ਜਾਨਵਰ ਨੇ ਜੋ ਕੀ ਕਰ ਸਕਦੇ ਨੇ, ਅਲਟਰਾਸਾਊਂਡ ਨੂੰ ਸੁਣ ਸਕਦੇ ਨੇ। ਹੁਣ ਅਲਟਰਾਸਾਊਂਡ ਦੀ ਐਪਲੀਕੇਸ਼ਨਸ ਵੀ ਨੇ, ਅਲਟਰਾਸਾਊਂਡ ਦੇ ਯੂਜ਼ ਨੇ ਕਿ ਕਾਫੀ ਸਾਰੇ ਯੂਜ਼ ਨੇ, ਉਹ ਦੇਖਦੇ ਹਾਂ ਆਪਾਂ ਕਿਹੜੇ ਯੂਜ਼ ਨੇ। ਸਾਰਿਆਂ ਨਾਲੋਂ ਪਹਿਲਾਂ ਮੋਸਟ ਇੰਪੋਰਟੈਂਟ ਹੈ ਸੋਨਾਰ। ਸੋਨਾਰ ਕੀ ਹੈ, ਇੱਕ ਡਿਵਾਈਸ ਹੈ। ਉਹਦੀ ਜੇ ਆਪਾਂ ਸੋਨਾਰ ਦੀ ਫੁੱਲ ਫਾਰਮ ਦੇਖੀਏ, ਸੋਨਾਰ ਦੀ ਫੁੱਲ ਫਾਰਮ ਹੈ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਨੈਵੀਗੇਸ਼ਨ ਦਾ ਮਤਲਬ ਕੀ ਹੈ, ਡਾਇਰੈਕਸ਼ਨ ਦਿਖਾਉਣਾ। ਰੇਂਜਿੰਗ ਦਾ ਮਤਲਬ ਕੀ ਹੈ, ਕਿਸੇ ਚੀਜ਼ ਦੀ ਰੇਂਜ ਨੂੰ ਪਤਾ ਕਰਨਾ ਕਿ ਕੋਈ ਚੀਜ਼ ਕਿੰਨੀ ਦੂਰ ਹੈ ਸਾਡੇ ਤੋਂ। ਤਾਂ ਇਹ ਦੋਨੇ ਚੀਜ਼ਾਂ ਸੋਨਾਰ ਕਰ ਦਿੰਦਾ ਹੈ। ਹੁਣ ਇਸ ਪਿਕਚਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਜੋ ਸੋਨਾਰ ਹੈ ਉਹ ਕੀ ਕਰ ਰਿਹਾ, ਰੇਡੀਏਸ਼ਨ ਛੱਡ ਰਿਹਾ। ਤੇ ਰੇਡੀਏਸ਼ਨ ਜੋ ਰੇਡੀਏਸ਼ਨ ਛੱਡ ਰਿਹਾ ਉਹ ਕਿਸ ਫਾਰਮ ਦੇ ਵਿੱਚ ਹੁੰਦੀ ਹੈ, ਉਹ ਅਲਟਰਾਸਾਊਂਡ ਛੱਡਦਾ ਹੈ। ਅਲਟਰਾਸਾਊਂਡ ਛੱਡ ਸਕਦਾ ਅਤੇ ਅਲਟਰਾਸਾਊਂਡ ਕੀ ਕਰਦਾ, ਡਿਟੈਕਟ ਕਰ ਸਕਦਾ। ਇਹ ਜੋ ਸੋਨਾਰ ਡਿਵਾਈਸ ਹੈ ਕਿੱਥੇ ਲੱਗਦਾ ਹੈ, ਇਹ ਜ਼ਿਆਦਾਤਰ ਸ਼ਿਪਸ ਦੇ ਵਿੱਚ ਲੱਗਦਾ ਹੈ। ਜੋ ਸਮੁੰਦਰੀ ਜਹਾਜ਼ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਡਿਵਾਈਸ ਲੱਗਦਾ। ਹੁਣ ਇਹ ਕੀ ਕਰ ਰਿਹਾ, ਨੀਚੇ ਆਪਾਂ ਦੇਖਾਂਗੇ ਇੱਥੇ ਕੀ ਛੱਡ ਰਿਹਾ, ਵੇਵਸ ਛੱਡ ਰਿਹਾ। ਨੀਚੇ ਕੋਈ ਵੀ ਚੀਜ਼ ਹੋਏਗੀ, ਕੋਈ ਮੇਬੀ ਬਹੁਤ ਵੱਡੀਆਂ ਫਿਸ਼ ਹੁੰਦੀਆਂ ਨੇ, ਉਹਨਾਂ ਦਾ ਪਤਾ ਚੱਲ ਜਾਂਦਾ ਹੈ। ਸ਼ਿਪ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਕਿਸ ਤਰੀਕੇ ਦੀ ਫਿਸ਼ ਵਗੈਰਾ ਹੈ, ਜਾਂ ਫਿਰ ਕਿਸੇ ਵੀ ਓਸ਼ੀਅਨ ਹੈ ਉਹਨਾਂ ਦੀ ਡੈਪਥ ਕਿੰਨੀ ਹੈ। ਉਹ ਸਾਰੀ ਚੀਜ਼ਾਂ ਸੋਨਾਰ ਦੇ ਨਾਲ ਅੱਛੇ ਤਰੀਕੇ ਪਤਾ ਲਗਾਈਆਂ ਜਾ ਸਕਦੀਆਂ ਨੇ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਕੀ ਹੁੰਦਾ ਹੈ, ਜੋ ਸਿਗਨਲ ਹੈ ਇੱਥੋਂ ਛੱਡੇ ਜਾਂਦੇ ਨੇ ਸਿਗਨਲ, ਠੀਕ ਹੈ, ਟਕਰਾ ਕੇ ਕਿਸੇ ਵੀ ਚੀਜ਼ ਨਾਲ ਟਕਰਾ ਕੇ ਕੀ ਕਰਦੇ ਨੇ, ਉੱਪਰ ਜਾਂਦੇ ਨੇ। ਤਾਂ ਪਹਿਲੀ ਵਾਰੀ ਜਦੋਂ ਚੀਜ਼ ਨੀਚੇ ਗਈ, ਵੇਵਜ਼ ਨੀਚੇ ਗਈਆਂ, ਤਾਂ ਡਿਸਟੈਂਸ ਕਿੰਨਾ ਟਰੈਵਲ ਕੀਤਾ, ਐਸ ਡਿਸਟੈਂਸ ਟਰੈਵਲ ਕੀਤਾ ਇੱਥੇ, ਐਸ। ਫਿਰ ਜਾਣ ਲੱਗੇ, ਫਿਰ ਦੁਬਾਰਾ ਤੋਂ ਐਸ ਡਿਸਟੈਂਸ ਟਰੈਵਲ ਕੀਤਾ, ਠੀਕ ਹੈ। ਪਾਣੀ ਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਹੈ ਕਿ ਸਾਊਂਡ ਦੀ ਸਪੀਡ ਕਿੰਨੀ ਹੈ, ਤਾਂ ਉਹਦੇ ਨਾਲ ਆਪਾਂ ਕੀ ਪਤਾ ਲਗਾ ਲੈਣਾ, ਈਕੋ ਦਾ ਫਾਰਮੂਲਾ ਕੀ ਹੈ, 2s = v × t। ਆਹ ਵਾਲਾ ਫਾਰਮੂਲਾ ਦਿੱਤਾ ਹੋਇਆ ਜੀ ਇੱਥੇ। ਤਾਂ 2d = v × t। ਤਾਂ ਇਹਦੇ ਨਾਲ ਆਪਾਂ ਡਿਸਟੈਂਸ ਪਤਾ ਲਗਾ ਲੈਂਦੇ ਹਾਂ ਕਿਸੇ ਵੀ ਚੀਜ਼ ਦਾ ਕਿ ਕੋਈ ਚੀਜ਼ ਕਿੰਨੀ ਦੂਰ ਤੋਂ ਹੈ। ਨੈਕਸਟ ਆ ਜਾਂਦਾ ਹੈ ਹੋਰ ਸਕੈਨਿੰਗ ਇਮੇਜਿਸ ਆਫ ਹਿਊਮਨ ਆਰਗਨ। ਤਾਂ ਅਲਟਰਾਸਾਊਂਡ ਸਾਨੂੰ ਸਾਡੀ ਬੋਡੀ ਦੇ ਵਿੱਚ ਕੋਈ ਬੋਡੀ ਪਾਰਟ ਹੈ ਉਹ ਪ੍ਰੋਪਰ ਵਰਕ ਨਹੀਂ ਕਰ ਰਿਹਾ, ਤਾਂ ਉਹਦੇ ਬਾਰੇ ਅਸੀਂ ਅਲਟਰਾਸਾਊਂਡ ਇੱਕ ਟੈਸਟ ਹੈ ਉਹ ਕਰਵਾ ਲੈਂਦੇ ਹਾਂ। ਉਹਦੇ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ, ਲੀਵਰ ਦੀ ਇਨਫੋਰਮੇਸ਼ਨ ਮਿਲ ਜਾਂਦੀ ਹੈ, ਪੈਂਕਰੀਜ਼ ਦੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਜਿਵੇਂ ਕਿਡਨੀ ਦੇ ਵਿੱਚ ਸਟੋਨ ਹੈ ਜਾਂ ਕੋਈ ਵੀ ਬੋਡੀ ਦੇ ਵਿੱਚ ਪ੍ਰੋਬਲਮ ਹੈ, ਤਾਂ ਉਹਦੇ ਬਾਰੇ ਆਪਾਂ ਨੂੰ ਪ੍ਰੋਪਰ ਪਤਾ ਚੱਲ ਜਾਂਦਾ ਹੈ ਇਹ ਟੈਸਟ ਦੇ ਨਾਲ, ਜਿਹਨੂੰ ਆਪਾਂ ਬੋਲਦੇ ਹਾਂ ਅਲਟਰਾਸਾਊਂਡ। ਹੋਰ ਅਲਟਰਾਸਾਊਂਡ ਸਾਡੇ ਕੀ ਕੰਮ ਆਉਂਦਾ ਹੈ, ਇਹ ਕੀ ਕਰਦਾ ਹੈ, ਡਿਟੈਕਟਿੰਗ ਕ੍ਰੈਕਸ ਇਨ ਮੈਟਲ ਬਲੌਕਸ। ਹੁਣ ਜਿਵੇਂ ਇਸ ਡਾਇਗਰਾਮ ਦੇ ਵਿੱਚ ਕੀ ਹੈ, ਇੱਕ ਸਾਈਡ ਤੋਂ ਕੀ ਛੱਡਿਆ ਜਾ ਰਿਹਾ, ਅਲਟਰਾਸਾਊਂਡ, ਅਤੇ ਦੂਸਰੇ ਸਾਈਡ ਕੀ ਲਗਾ ਰੱਖੇ ਨੇ, ਡਿਟੈਕਟਰ ਡਿਟੈਕਟ ਕਰਦੇ ਨੇ ਕਿ ਅਲਟਰਾਸਾਊਂਡ ਉਹਨਾਂ ਤੱਕ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ। ਮੰਨ ਲਓ ਹੁਣ ਆਪਾਂ ਜੇ ਨੀਚੋਂ ਦੇਖੀਏ, ਨੀਚੇ ਕੀ ਹੈ, ਅਲਟਰਾਸਾਊਂਡ ਇੱਥੇ ਪਹੁੰਚ ਰਹੀ ਹੈ ਡਿਟੈਕਟਰ ਤੱਕ, ਠੀਕ ਹੈ। ਇੱਥੇ ਕੀ ਹੈ, ਇੱਕ ਕਰੈਕ ਹੈ, ਆਹ ਵਾਲੇ ਪੋਰਸ਼ਨ ਦੇ ਵਿੱਚ ਕੀ ਹੈ, ਇੱਕ ਕਰੈਕ। ਤਾਂ ਅਲਟਰਾਸਾਊਂਡ ਇੱਥੋਂ ਟਕਰਾ ਕੇ ਵਾਪਸ ਚਲੇ ਜਾਂਦੇ ਨੇ। ਤਾਂ ਇੱਥੇ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੋਈ ਮੈਟਲ ਬਲੋਕ ਹੈ ਉਹ ਸਹੀ ਹੈ ਕਿ ਨਹੀਂ ਹੈ, ਠੀਕ ਹੈ ਜੀ। ਜਿਵੇਂ ਇਸ ਪਿਕਚਰ ਦੇ ਵਿੱਚ ਆਹੀ ਚੀਜ਼ ਡਿਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਕਰੈਕ ਹੈਗਾ ਕਿ ਨਹੀਂ ਹੈ। ਨੈਕਸਟ, ਕਲੀਨਿੰਗ ਪਾਰਟ ਦੈਟ ਆਰ ਹਾਰਡ ਟੂ ਰੀਚ। ਬਹੁਤ ਛੋਟੀ ਮਸ਼ੀਨਰੀਜ਼ ਹੁੰਦੀਆਂ ਨੇ
ਜਦੋਂ ਉਹਨਾਂ ਨੂੰ ਉਹਨਾਂ ਦੀ ਸਫਾਈ ਕਰਨੀ ਹੁੰਦੀ ਹੈ ਤਾਂ ਉੱਥੇ ਹੱਥ ਨਹੀਂ ਪਹੁੰਚ ਪਾਉਂਦੇ, ਤਾਂ ਉਹਨਾਂ ਨੂੰ ਈਜ਼ੀਲੀ ਸਾਫ਼ ਕੀਤਾ ਜਾ ਸਕਦਾ ਹੈ ਵਿਦ ਦ ਹੈਲਪ ਆਫ ਅਲਟਰਾਸਾਊਂਡ। ਹੋਰ ਮੋਨੀਟਰਿੰਗ ਦਾ ਡਿਵੈਲਪਿੰਗ ਬੇਬੀਜ਼ ਹੈਲਥ, ਮਦਰ ਦੇ ਵੋਮ ਦੇ ਵਿੱਚ ਛੋਟਾ ਬੱਚਾ ਜੋ ਪਲ ਰਿਹਾ ਹੈ ਉਹ ਹੈਲਦੀ ਹੈ ਜਾਂ ਕੋਈ ਪ੍ਰੋਬਲਮ ਤਾਂ ਨਹੀਂ, ਉਹਨੂੰ ਵੀ ਆਪਾਂ ਅਲਟਰਾਸਾਊਂਡ ਦੇ ਟੈਸਟ ਦੇ ਨਾਲ ਡਿਟੈਕਟ ਕਰ ਸਕਦੇ ਹਾਂ। ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਅਲਟਰਾਸਾਊਂਡ ਦੇ ਨਾਲ ਪਤਾ ਲੱਗ ਜਾਂਦਾ ਹੈ। ਨੈਕਸਟ ਟੌਪਿਕ ਆ ਜਾਂਦਾ ਹੈ ਰੀਫਲੈਕਸ਼ਨ ਆਫ ਸਾਊਂਡ। ਰਿਫਲੈਕਸ਼ਨ ਆਫ ਸਾਊਂਡ ਕੀ ਹੈ ਕਿ ਸਾਊਂਡ ਦਾ ਟਕਰਾ ਕੇ ਕਿਸੇ ਵੀ ਚੀਜ਼ ਨਾਲ ਟਕਰਾ ਕੇ ਵਾਪਸ ਆ ਜਾਣਾ, ਉਹਨੂੰ ਆਪਾਂ ਬੋਲਦੇ ਹਾਂ ਰਿਫਲੈਕਸ਼ਨ। ਜਿਵੇਂ ਆਪਾਂ ਬੋਲ ਨਾਲ ਖੇਲਦੇ ਹਾਂ, ਬੋਲ ਨੂੰ ਆਪਾਂ ਨੀਚੇ ਮਾਰਦੇ ਹਾਂ ਤਾਂ ਬੋਲ ਨੀਚੇ ਟਕਰਾ ਕੇ ਕੀ ਆ ਜਾਂਦੀ ਹੈ ਵਾਪਸ, ਉਵੇਂ ਹੀ ਸਾਊਂਡ ਹੈ। ਸਾਊਂਡ ਕੀ ਕਰਦੀ ਹੈ, ਕਿਸੇ ਵੀ ਚੀਜ਼ ਨਾਲ ਟਕਰਾ ਕੇ ਵਾਪਸ ਆ ਜਾਂਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਰਿਫਲੈਕਸ਼ਨ ਆਫ ਸਾਊਂਡ। ਹੁਣ ਰਿਫਲੈਕਸ਼ਨ ਦੇ ਨਾਲ ਇੱਕ ਫਿਨੋਮੀਨਾ ਦੇਖਿਆ ਜਾਂਦਾ ਜਿਹਨੂੰ ਆਪਾਂ ਬੋਲਦੇ ਹਾਂ ਇਕੋ। ਇਕੋ ਕੀ ਹੈ, ਇਕੋ ਦੇ ਵਿੱਚ ਆਪਾਂ ਨੂੰ ਆਪਣੀ ਹੀ ਆਵਾਜ਼ ਸੁਣਾਈ ਦਿੰਦੀ ਹੈ, ਥੋੜ੍ਹੇ ਟਾਈਮ ਬਾਅਦ ਆਪਣੀ ਆਵਾਜ਼ ਹੈ ਜੋ ਰਿਪੀਟ ਹੋ ਜਾਂਦੀ ਹੈ। ਇਹਦੀ ਡੈਫੀਨੇਸ਼ਨ ਕੀ ਹੈ, ਦ ਫਿਨੋਮੀਨਾ ਵੇਅਰ ਅ ਸਾਊਂਡ ਪ੍ਰੋਡਿਊਸ ਇਜ਼ ਹੀਅਰਡ ਅਗੇਨ ਡਿਊ ਟੂ ਰਿਫਲੈਕਸ਼ਨ ਇਜ਼ ਕਾਲਡ ਇਕੋ। ਆਪਣੀ ਆਵਾਜ਼ ਹੀ ਆਪਾਂ ਨੂੰ ਵਾਪਸ ਸੁਣਾਈ ਦਿੰਦੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬੋਲ ਸਕਦੇ ਹਾਂ ਕਿ ਆਵਾਜ਼ ਗੂੰਜ ਰਹੀ ਹੈ, ਤਾਂ ਦੈਟ ਇਜ਼ ਰੈਪੀਟੀਸ਼ਨ ਆਫ ਅ ਸਾਊਂਡ। ਹੁਣ ਇੱਕ ਵੀਡੀਓ ਹੈ, ਵੀਡੀਓ ਦੇ ਵਿੱਚ ਕੀ ਹੈ, ਸਾਊਂਡ ਦੀ ਇਕੋ ਹੋ ਰਹੀ ਹੋਏਗੀ। ਇਹਦੇ ਵਿੱਚ ਆਪਾਂ ਸੁਣ ਪਾ ਰਹੇ ਹਾਂ ਕਿ ਜੋ ਕਲੈਪ ਹੈ ਆਪਾਂ ਨੂੰ ਬਾਰ-ਬਾਰ ਸੁਣਾਈ ਦਿੱਤੀ ਹੈ। ਇੱਥੇ ਸਾਊਂਡ ਨੂੰ ਬਾਰ-ਬਾਰ ਕਿਉਂ ਸੁਣਾਈ ਦੇ ਰਹੀ ਹੈ, ਕਿਉਂਕਿ ਇੱਥੇ ਮਲਟੀਪਲ ਰਿਫਲੈਕਸ਼ਨ ਹੋ ਰਹੀ ਹੈ, ਸਾਊਂਡ ਦੀ ਮਲਟੀਪਲ ਰਿਫਲੈਕਸ਼ਨ ਹੋ ਰਹੀ ਹੈ, ਬਾਰ-ਬਾਰ ਜੋ ਸਾਊਂਡ ਹੈ ਰਿਫਲੈਕਟ ਕਰ ਰਹੀ ਹੈ, ਇਸ ਕਰਕੇ ਆਪਾਂ ਨੂੰ ਮਲਟੀਪਲ ਕਲੈਪ ਸੁਣਾਈ ਦੇ ਰਹੀਆਂ ਨੇ। ਇੱਕ ਵਾਰੀ ਫੇਰ ਆਪਾਂ, ਠੀਕ ਹੈ ਜੀ, ਤਾਂ ਇਹ ਫਿਨੋਮੀਨਾ ਨੂੰ ਆਪਾਂ ਬੋਲਦੇ ਹਾਂ ਇਕੋ। ਇਕੋ ਦੀ ਕੁਝ ਕੰਡੀਸ਼ਨ ਨੇ ਹੋਣ ਦੇ ਲਈ। ਇਕੋ ਉਹ ਜਗ੍ਹਾ 'ਤੇ ਹੋ ਸਕਦੀ ਹੈ ਜੋ ਜਗ੍ਹਾ ਬਹੁਤ ਜ਼ਿਆਦਾ ਖੁੱਲ੍ਹੀਆਂ ਹੋਣ, ਜਾਂ ਹੋਲ ਦੇ ਵਿੱਚ ਵੀ ਹੋ ਸਕਦੀ ਹੈ। ਹੋਲ ਦੇ ਵਿੱਚ ਇਹ ਕੰਡੀਸ਼ਨ ਜ਼ਰੂਰੀ ਹੈ ਕਿ ਜੋ ਹੋਲ ਹੈ ਉਹਦੀ ਲੈਂਥ ਕਿੰਨੀ ਹੋਣੀ ਚਾਹੀਦੀ ਹੈ, 17.2 ਮੀਟਰ ਹੋਣੀ ਚਾਹੀਦੀ ਹੈ। 17.2 ਮੀਟਰ ਜਾਂ 17.2 ਮੀਟਰ ਤੋਂ ਜ਼ਿਆਦਾ ਜੇ ਹੋਲ ਦੀ ਲੈਂਥ ਹੋਏਗੀ ਤਾਂ ਉੱਥੇ ਜੋ ਇਕੋ ਹੈ ਉਹ ਈਜ਼ੀਲੀ ਸੁਣਾਈ ਦੇ ਜਾਂਦੀ ਹੈ। ਨੈਕਸਟ ਟੌਪਿਕ ਆ ਜਾਂਦੀ ਹੈ ਰੈਵਰਬਰੇਸ਼ਨ। ਰੈਵਰਬਰੇਸ਼ਨ ਵੀ ਕੀ ਹੈ, ਇਹ ਕਿਉਂ ਹੋ ਰਹੀ ਹੈ, ਇਕੋ ਕਰਕੇ ਹੀ ਰਿਫਲੈਕਸ਼ਨ ਕਰਕੇ, ਸਾਊਂਡ ਦੀ ਰਿਫਲੈਕਸ਼ਨ ਕਰਕੇ ਰੈਵਰਬਰੇਸ਼ਨ ਹੁੰਦੀ ਹੈ। ਤਾਂ ਇਹਦੇ ਵਿੱਚ ਕੀ ਹੋਏਗਾ, ਸਾਊਂਡ ਪ੍ਰੈਜ਼ਿਸਟ ਕਰ ਜਾਂਦੀ ਹੈ। ਪ੍ਰੈਜ਼ਿਸਟ ਦਾ ਮਤਲਬ ਬਣੇ ਰਹਿ ਜਾਂਦੀ ਹੈ ਕਿ ਸਾਊਂਡ ਆਪਾਂ ਨੂੰ ਕੋਈ ਪਰਸਨ ਬੋਲ ਰਿਹਾ ਤਾਂ ਉਹ ਆਵਾਜ਼ ਆਪਾਂ ਨੂੰ ਕੰਟੀਨਿਊਸਲੀ ਸੁਣਾਈ ਹੀ ਦਿੰਦੀ ਰਹਿੰਦੀ ਹੈ। ਤਾਂ ਕੋਈ ਪਰਸਨ ਬੋਲ ਰਿਹਾ ਹੈ, ਹਾਲ ਦੇ ਵਿੱਚ ਕੋਈ ਪਰਸਨ ਲੈਕਚਰ ਦੇ ਰਿਹਾ ਹੈ, ਤਾਂ ਉਹਦਾ ਲੈਕਚਰ ਜੋ ਉਹਦੀ ਆਵਾਜ਼ ਹੋਏਗੀ ਉਹ ਆਪਾਂ ਨੂੰ ਬਲਰ ਸੁਣਾਈ ਦੇਗੀ। ਹੁਣ ਇਹ ਵੀਡੀਓ ਦੇ ਵਿੱਚ ਆਪਾਂ ਐਕਸਪੀਰੀਅੰਸ ਕਰਾਂਗੇ ਕਿ ਰੈਵਰਬਰੇਸ਼ਨ ਸੁਣਨ ਦੇ ਵਿੱਚ ਕਿਸ ਤਰੀਕੇ ਹੁੰਦੀ ਹੈ। ਇੱਕ ਰਿਕੁਐਸਟ ਹੈ, ਪਲੀਜ਼ ਆਪਣੀ ਜੋ ਸਾਊਂਡ ਹੈ ਫੋਨ ਦੀ ਉਹ ਪਲੀਜ਼ ਸਲੋ ਕਰ ਲੈਣਾ, ਥੋੜ੍ਹਾ ਜਿਹਾ ਸੁਣਨ ਦੇ ਵਿੱਚ ਇਹ ਠੀਕ ਨਹੀਂ ਲੱਗੇਗੀ, ਸਾਊਂਡ ਸਲੋ ਕਰ ਲੈਣਾ। ਤਾਂ ਇੱਕ ਰਫ ਜੀ ਆਵਾਜ਼ ਸੀਗੀ ਜੋ ਸੁਣਨ ਦੇ ਵਿੱਚ ਵੀ ਅੱਛੀ ਨਹੀਂ ਲੱਗਦੀ, ਰੈਵਰਬਰੇਸ਼ਨ, ਠੀਕ ਹੈ। ਇਹਦੇ ਵਿੱਚ ਸਾਊਂਡ ਕੀ ਕਰ ਜਾਂਦੀ ਹੈ, ਪ੍ਰੈਜ਼ਿਸਟ ਕਰ ਜਾਂਦੀ ਹੈ, ਬਣੇ ਰਹਿ ਜਾਂਦੀ ਹੈ, ਠੀਕ ਹੈ। ਅਤੇ ਇਹ ਕੀ ਕਰ ਦਿੰਦੀ ਹੈ, ਜੋ ਆਪਾਂ ਨੂੰ ਬਾਕੀ ਦੀ ਆਵਾਜ਼ ਜੋ ਅਗਲਾ ਜੋ ਵੀ ਗੱਲ ਕਹੀ ਗਈ ਉਹ ਆਪਾਂ ਨੂੰ ਬਲਰ ਜੀ ਸੁਣਾਈ ਦਿੰਦੀ ਹੈ। ਹੁਣ ਇਸ ਦੇ ਵਿੱਚ ਕੀ ਦਿੱਤਾ ਹੈ, ਡਿਫਰੈਂਸ ਦਿੱਤਾ ਹੈ ਇਕੋ ਅਤੇ ਰੈਵਰਬਰੇਸ਼ਨ ਦੇ ਵਿੱਚ, ਠੀਕ ਹੈ। ਇਕੋ ਕੀ ਹੈ, ਇਹਦੇ ਵਿੱਚ ਕੀ ਹੋਏਗਾ ਜੀ, ਇਕੋ ਦੇ ਵਿੱਚ ਰੈਪੀਟੀਸ਼ਨ ਆਫ ਸਾਊਂਡ, ਰੈਵਰਬਰੇਸ਼ਨ ਦੇ ਵਿੱਚ ਕੀ ਹੋਏਗਾ, ਪਰਸਿਸਟੈਂਸ ਆਫ ਸਾਊਂਡ। ਇਕੋ ਦੇ ਲਈ ਕੰਡੀਸ਼ਨ ਹੁੰਦੀ ਹੈ ਕਿ ਡਿਸਟੈਂਸ ਕਿੰਨੇ ਦਾ ਹੋਣਾ ਚਾਹੀਦਾ, 17.2 ਮੀਟਰ ਹੋਣਾ ਚਾਹੀਦਾ ਹੈ। ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈ, ਰੈਵਰਬਰੇਸ਼ਨ ਕਿਤੇ ਵੀ ਹੋ ਸਕਦੀ ਹੈ, ਚਾਹੇ 17.2 ਡਿਸਟੈਂਸ ਹੈ ਚਾਹੇ ਨਹੀਂ ਹੈ, ਹਰੇਕ ਜਗ੍ਹਾ 'ਤੇ ਰੈਵਰਬਰੇਸ਼ਨ ਹੋ ਸਕਦੀ ਹੈ। ਨੈਕਸਟ ਮੋਸਟ ਇੰਪੋਰਟੈਂਟ ਟੌਪਿਕ ਹੈ ਹਿਊਮਨ ਈਅਰ। ਹੁਣ ਹਿਊਮਨ ਈਅਰ ਆਪਾਂ ਨੂੰ ਲੱਗਦਾ ਕਿ ਸਿਰਫ ਬਾਹਰ ਵਾਲਾ ਜੋ ਪੋਰਸ਼ਨ ਹੈ, ਇਹੀ ਜੋ ਆਹ ਵਾਲਾ ਪੋਰਸ਼ਨ ਹੈ, ਸਿਰਫ ਇੰਨਾ ਹੀ ਪੋਰਸ਼ਨ ਆਪਾਂ ਨੂੰ ਲੱਗਦਾ ਕਿ ਈਅਰ ਹੈ, ਲੇਕਿਨ ਈਅਰ ਬਹੁਤ ਜ਼ਿਆਦਾ ਹੈ। ਈਅਰ ਦੇ 3 ਪਾਰਟਸ ਨੇ, ਕਿਹੜੇ, ਆਊਟਰ ਈਅਰ, ਮਿਡਲ ਈਅਰ ਐਂਡ ਇਨਰ ਈਅਰ। ਆਊਟਰ ਈਅਰ ਦੇ ਵਿੱਚ ਕਿਹੜੀ ਚੀਜ਼ਾਂ ਆ ਜਾਂਦੀਆਂ ਨੇ, ਬਾਹਰ ਵਾਲਾ ਪੋਰਸ਼ਨ ਆ ਜਾਂਦਾ ਹੈ ਜੋ ਆਪਾਂ ਨੂੰ ਦਿਖਾਈ ਦਿੰਦਾ ਹੈ, ਇਹਨੂੰ ਆਪਾਂ ਕੀ ਬੋਲਦੇ ਆ, ਪਿੰਨਾ। ਅਤੇ ਉਸ ਤੋਂ ਬਾਅਦ ਇੱਕ ਟਿਊਬ ਆ ਜਾਂਦੀ ਹੈ, ਆਹ ਵਾਲੀ ਪੋਰਸ਼ਨ ਜੋ ਹੈ ਇਹ ਟਿਊਬ ਹੈ,
ਇਹਨੂੰ ਆਪਾਂ ਬੋਲਦੇ ਹਾਂ ਈਅਰ ਕੈਨਾਲ, ਜਾਂ ਫਿਰ ਇਹਨੂੰ ਆਪਾਂ ਆਡਿਟਰੀ ਕੈਨਾਲ ਵੀ ਬੋਲ ਸਕਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਹੈ ਮਿਡਲ ਈਅਰ, ਆਹ ਵਾਲਾ ਮਿਡਲ ਈਅਰ ਆ ਗਿਆ। ਮਿਡਲ ਈਅਰ ਦੇ ਵਿੱਚ ਕੀ ਹੁੰਦਾ ਹੈ, 3 ਬੋਨਸ ਹੁੰਦੀਆਂ ਨੇ। ਕਿਹੜੀਆਂ ਬੋਨਸ? ਹੈਮਰ, ਐਨਵਿਲ ਐਂਡ ਸਟੀਰਪ। ਲਾਸਟ ਆ ਜਾਂਦਾ ਆਪਣਾ ਇਨਰ ਈਅਰ। ਤਾਂ ਇਨਰ ਈਅਰ ਕੀ ਹੈ? ਇਨਰ ਈਅਰ ਦੇ ਵਿੱਚ ਇੱਕ ਸਨੇਲ ਲਾਈਕ ਸਟਰਕਚਰ, ਕੁਆਇਲਡ ਸਟਰਕਚਰ ਜਿਹਦੇ ਵਿੱਚ ਫਲੂਇਡ ਫਿਲਡ ਹੁੰਦਾ ਹੈ, ਉਹ ਚੀਜ਼ ਆ ਜਾਂਦੀ ਹੈ। ਅਤੇ ਇਹ ਕਨੈਕਟ ਹੁੰਦੀ ਹੈ ਨਰਵਸ ਦੇ ਨਾਲ। ਇਹ ਨਰਵਸ ਅੱਗੇ ਬ੍ਰੇਨ ਦੇ ਵਿੱਚ ਜਾਂਦੀਆਂ ਨੇ, ਅਤੇ ਜੋ ਮੈਸੇਜ ਈਅਰ ਦੇ ਵਿੱਚ ਸੁਣਾਈ ਦਿੰਦਾ, ਮਤਲਬ ਸਾਊਂਡ ਹੁੰਦੀ ਹੈ, ਉਹ ਬ੍ਰੇਨ ਤੱਕ ਪਹੁੰਚਦੀ ਹੈ। ਹੁਣ ਵਰਕਿੰਗ ਕਿਵੇਂ ਹੈ ਈਅਰ ਦੀ? ਵਰਕਿੰਗ ਕਿਵੇਂ ਹੈ? ਸਾਰਿਆਂ ਨਾਲੋਂ ਪਹਿਲਾਂ ਆਊਟਰ ਈਅਰ ਕੀ ਕਰਦਾ ਹੈ? ਸਾਊਂਡ ਨੂੰ ਇਕੱਠਾ ਕਰਦਾ ਹੈ। ਪਿੰਨਾ ਜੋ ਹੈ ਸਾਊਂਡ ਨੂੰ ਕੀ ਕਰੇਗਾ? ਇਕੱਠਾ ਕਰੇਗਾ, ਉਹ ਲੈ ਕੇ ਜਾਏਗਾ ਈਅਰ ਕੈਨਾਲ ਦੇ ਵਿੱਚ। ਇੱਥੋਂ ਸਾਊਂਡ ਐਂਟਰ ਹੋ ਜਾਏਗੀ ਈਅਰ ਕੈਨਾਲ ਦੇ ਵਿੱਚ, ਅਤੇ ਉਹ ਹਿੱਟ ਕਰੇਗੀ ਕਿਹਨੂੰ? ਈਅਰ ਡਰਮ ਨੂੰ। ਹੁਣ ਈਅਰ ਡਰਮ ਦੇ ਨਾਲ ਹੀ ਜਿਹੜੀ ਬੋਨ ਹੈ, ਪਹਿਲੀ ਬੋਨ ਕਿਹੜੀ ਹੈ? ਹੈਮਰ। ਹੈਮਰ ਈਅਰ ਡਰਮ ਦੇ ਨਾਲ ਹੀ ਟੱਚ ਹੁੰਦੀ ਹੈ। ਤਾਂ ਜਦੋਂ ਈਅਰ ਡਰਮ ਹਿੱਲੂਗਾ, ਉਹਦੇ ਨਾਲ ਹੀ ਕੌਣ ਹਿੱਲੂਗੀ? ਹੈਮਰ ਬੋਨ। ਅਤੇ ਹੈਮਰ ਕਨੈਕਟ ਹੈ ਐਨਵਿਲ ਦੇ ਨਾਲ, ਐਨਵਿਲ ਕਨੈਕਟ ਹੈ ਸਟਿਰਪ ਦੇ ਨਾਲ। ਤਾਂ ਜਦੋਂ ਹੀ ਈਅਰ ਡਰਮ ਮੂਵ ਕਰਦਾ ਹੈ, ਹਿਲਦਾ ਹੈ, ਕੰਨ ਦਾ ਪਰਦਾ ਜੋ ਹਿਲਦਾ ਹੈ, ਤਾਂ ਤਿੰਨੇ ਬੋਨਸ ਦੇ ਵਿੱਚ ਕੀ ਹੋ ਜਾਂਦੀ ਹੈ? ਮੂਵਮੈਂਟ ਸਟਾਰਟ ਹੋ ਜਾਂਦੀ ਹੈ। ਇਹ ਮੂਵਮੈਂਟ ਕਿੱਥੇ ਐਟ ਲਾਸਟ ਕਿੱਥੇ ਤੱਕ ਡਿਲੀਵਰ ਹੁੰਦੀ ਹੈ? ਇਹ ਡਿਲੀਵਰ ਹੁੰਦੀ ਹੈ ਇਨਰ ਈਅਰ ਤੱਕ ਡਿਲੀਵਰ ਹੁੰਦੀ ਹੈ, ਜੋ ਕਿੱਥੇ ਟਰਾਂਸਫਰ ਹੋ ਜਾਂਦੀ ਹੈ? ਕੋਕਲੀਆ ਤੱਕ। ਹੁਣ ਕੋਕਲੀਆ ਕੀ ਕਰਦੀ ਹੈ? ਸਾਊਂਡ ਵੇਵ ਨੂੰ ਇੱਕ ਤਰੀਕੇ ਆਪਾਂ ਕਹਿ ਸਕਦੇ ਹਾਂ ਕਿ ਕਨਵਰਟ ਕਰਨ ਦਾ, ਜੋ ਸਾਊਂਡ ਸਿਗਨਲ ਹੈ, ਆਡੀਓ ਸਿਗਨਲ ਹੈ, ਉਹਨੂੰ ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰਨ ਦੇ ਕੰਮ ਆਉਂਦੀ ਹੈ। ਜਾਂ ਫਿਰ ਇਲੈਕਟ੍ਰਿਕ ਸਿਗਨਲ ਨੂੰ ਆਪਾਂ ਇੰਪਲਸ ਵੀ ਬੋਲ ਸਕਦੇ ਹਾਂ। ਤਾਂ ਇੰਪਲਸ ਦੇ ਕੰਮ ਆਉਂਦੀ ਹੈ ਕਿ ਇੰਪਲਸ ਬਣਾ ਦਿੰਦੀ ਹੈ। ਉਹ ਇੰਪਲਸ ਕਿੱਥੇ ਜਾਂਦੀ ਹੈ? ਆਡੀਟਰੀ ਨਰਵ ਤੱਕ ਜਾਂਦੀ ਹੈ। ਆਡੀਟਰੀ ਨਰਵ ਸਾਡੇ ਬ੍ਰੇਨ ਨੂੰ ਮੈਸੇਜ ਦਿੰਦੀ ਹੈ ਜੋ ਵੀ ਚੀਜ਼ ਸੁਣਾਈ ਦਿੱਤੀ। ਇਹ ਸੀਗਾ ਸਾਰਾ ਸਾਡਾ ਹਿਊਮਨ ਈਅਰ। ਜੇ ਆਪਣੇ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ, ਮੰਨ ਲਓ ਕੋਈ ਮਿਊਜ਼ਿਕ ਵੱਜਦਾ ਹੈ, ਤਾਂ ਇਹਦੇ ਵਿੱਚ ਕੀ ਹੈ? ਕੰਪਰੈਸ਼ਨ ਅਤੇ ਰੇਅਰਫੈਕਸ਼ਨ ਬਣ ਰਹੀਆਂ ਨੇ। ਇਹ ਕੰਪਰੈਸ਼ਨ ਅਤੇ ਰੇਅਰਫੈਕਸ਼ਨ ਆਪਣੇ ਈਅਰ ਤੱਕ ਪਹੁੰਚ ਰਹੀਆਂ ਨੇ, ਠੀਕ ਹੈ, ਅੱਗੇ ਬ੍ਰੇਨ ਤੱਕ ਪਹੁੰਚਣਗੀਆਂ। ਹੁਣ ਜੇ ਆਪਾਂ ਦੇਖੀਏ ਇਹਦੇ ਵਿੱਚ ਕੀ ਹੋ ਰਿਹਾ, ਆਪਣਾ ਜੋ ਈਅਰ ਡਰਮ ਹੈ, ਇਹ ਵੀ ਕੀ ਕਰਦਾ? ਵਾਈਬਰੇਟ ਕਰਦਾ ਹੈ। ਈਅਰ ਡਰਮ ਦੇ ਨਾਲ ਬੋਨਸ ਵਾਈਬਰੇਟ ਕਰਨਗੀਆਂ, ਅਤੇ ਬੋਨਸ ਵਾਈਬਰੇਟ ਕਰਕੇ ਮੈਸੇਜ ਦੇਣਗੀਆਂ ਕੋਕਲੀਆ ਨੂੰ। ਕੋਕਲੀਆ ਅੱਗੇ ਅਟੈਚ ਹੁੰਦਾ ਨਰਵ ਦੇ ਨਾਲ, ਅਤੇ ਨਰਵ ਨੂੰ ਕੀ ਜਾਂਦਾ ਹੈ? ਸਿਗਨਲ। ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਸਾਰੀ ਚੀਜ਼ਾਂ ਦੀ ਮੂਵਮੈਂਟ ਹੋ ਰਹੀ ਹੈ, ਅਤੇ ਬ੍ਰੇਨ ਤੱਕ ਸਿਗਨਲ ਜਾ ਰਿਹਾ। ਸੋ ਇਹਦੇ ਨਾਲ ਹੀ ਆਪਣਾ ਚੈਪਟਰ ਕੰਪਲੀਟ ਹੋ ਰਿਹਾ ਸਾਊਂਡ। ਇਹਦੇ ਨੂਮੈਰੀਕਲ ਪੋਰਸ਼ਨ ਅਤੇ ਇੱਕ ਅੱਧਾ ਕੋਈ ਟੌਪਿਕ ਹੋਰ ਜੋ ਵੀ ਰਹਿ ਗਿਆ ਹੋਵੇਗਾ, ਉਹ ਨੈਕਸਟ ਲੈਕਚਰ ਦੇ ਵਿੱਚ ਕਰਦੇ ਹਾਂ। ਕੋਈ ਵੀ ਚੀਜ਼ ਨਹੀਂ ਸਮਝ ਆ ਰਹੀ, ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਬਾਕੀ ਪੜ੍ਹਦੇ ਰਹੋ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।